सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत विरदी। बुलेटिन की शुरुआत करते हैं सुखबीर बादल ਅਤੇ हरसिमरत कौर बादल ਦੇ ਵਿਰੋਧ ਦੇ ਨਾਲ ਜਿਹੜਾ ਤਲਵੰਡੀ ਸਾਬੋ ਵਿਖੇ ਹੋਇਆ ਹੈ। जी हाँ, केंद्रीय वजारत ਤੋਂ ਅਸਤੀਫਾ ਦੇਣ ਤੋਂ ਬਾਅਦ हरसिमरत कौर बादल ਅੱਜ ਪਹਿਲੀ ਵਾਰ पंजाब पहुंचे। तलवंडी साबो नतमस्तक होए। सुखबीर बादल ਦੇ ਨਾਲ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ। इधर अकाली दल ਦੇ ਵੱਲੋਂ ਉਹਨਾਂ ਨੂੰ ਖੇਤੀ ਬਿੱਲਾਂ ਤੇ ਲੈ ਸਟੈਂਡ ਦੇ ਲਈ ਸਨਮਾਨਿਤ ਕੀਤੇ ਜਾਣ ਦਾ ਪ੍ਰੋਗਰਾਮ ਸੀ, ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ ਹੈ ਸੁਖਬੀਰ ਅਤੇ हरसिमरत कौर बादल ਦਾ। ਦੱਸ ਦਈਏ ਕਿ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਨੇ हरसिमरत कौर बादल ਤੇ ਅਕਾਲੀ ਲੀਡਰਾਂ ਦੇ ਵੱਲੋਂ ਦੋਵਾਂ ਦਾ ਜਿੱਥੇ ਸਨਮਾਨ ਕੀਤਾ ਗਿਆ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ ਹੈ। ਤਲਵੰਡੀ ਸਾਬੋ ਪਹੁੰਚਣ ਤੇ ਦੋਵਾਂ ਲੀਡਰਾਂ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ खेती ऑर्ਡੀਨੈਂਸ ਤੇ ਅਕਾਲੀ ਦਲ ਦਾ ਸਟੈਂਡ ਅਜੇ ਤੱਕ ਸਪਸ਼ਟ ਨਹੀਂ ਹੈ, ਕਿਉਂਕਿ ਅਕਾਲੀ ਦਲ ਅਜੇ ਵੀ ਉਸ ਐਨਡੀਏ ਦੀ ਭਾਈਵਾਲ ਹੈ ਜਿਸ ਦੇ ਵੱਲੋਂ ਇਹ ਕਾਲਾ ਕਾਨੂੰਨ ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਲਿਆਂਦਾ ਜਾ ਰਿਹਾ ਹੈ। ਕਾਲੇ ਕਾਨੂੰਨ ਪਾਸ ਜਿਨ੍ਹਾਂ ਨੇ ਕਿਸਾਨਾਂ ਦੀਆਂ ਸੰਘੀਆਂ ਕੁੱਟਤੀਆਂ, ਕਿਸਾਨਾਂ ਨੂੰ ਪੰਜਾਬ ਨੂੰ ਆਹ ਦਿਨ ਦਿਖਾਉਣ ਵਾਲੇ ਅੱਜ ਪੂਰੀ ਆਮ ਆਦਮੀ ਪਾਰਟੀ ਜਿਹੜੀ ਇੱਕ ਨਾ ਕਿ ਸਿਰਫ ਪਾਰਟੀ ਹੋਣ ਦੇ ਨਾਂ ਤੇ ਬਲਕਿ ਇੱਕ ਕਿਸਾਨਾਂ ਦੇ ਪੁੱਤ ਹੋਣ ਦੇ ਨਾਂ ਤੇ, ਮਜ਼ਦੂਰਾਂ ਦੇ ਪੁੱਤ ਹੋਣ ਦੇ ਨਾਂ ਤੇ, ਆੜ੍ਹਤੀਆਂ ਦੇ ਪੂਰੇ ਦਾ ਪੂਰਾ ਜਿਹੜਾ ਕਾਲੇ ਕਾਨੂੰਨ ਦੀ ਵਜ੍ਹਾ ਕਰਕੇ ਅੱਜ ਪੰਜਾਬ ਸਫਰ ਕਰ ਰਿਹਾ। ਸੋ ਉਸ ਨੂੰ ਲੈ ਕੇ ਅੱਜ ਅਸੀਂ ਸਾਰੇ ਜਿਹੜੇ ਰੋਸ ਪ੍ਰਦਰਸ਼ਨ ਦੇ ਵਿੱਚ ਆ। ਸਾਡਾ ਰੋਸ, ਸਾਡਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕਾਲੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਲੈ ਕੇ ਆਉਣ ਵਾਲੇ ਵਾਪਸ ਨਹੀਂ ਲੈ ਜਾਂਦੇ। ਪੂਰੇ ਪੰਜਾਬ 'ਚ ਇੰਨਾ ਕੁ ਰੋਸ ਆ ਵੀ ਇਸ ਵੇਲੇ ਕਿਸੇ ਵੀ ਵਰਗ ਨੂੰ ਕੋਈ ਚੈਨ ਨਹੀਂ, ਕੋਈ ਸਕੂਨ ਨਹੀਂ, ਕੋਈ ਨੀਂਦ ਨਹੀਂ। ਹਰ ਬੱਚੇ ਦੀ ਅੱਜ ਨੀਂਦ ਉੱਡੀ ਪਈ ਆ ਤੇ ਉਹ ਇਸ ਟਾਈਮ ਤੇ ਆ ਕੇ ਜਦੋਂ ਪੰਜਾਬ ਤਰਾ ਕਰ ਰਿਹਾ ਤੇ ਇਸ ਵੇਲੇ ਆ ਕੇ ਉਹ ਸਿਆਸਤ ਕਰ ਰਿਹਾ। ਸੋ ਸਾਨੂੰ ਸਿਆਸਤ ਨਹੀਂ ਚਾਹੀਦੀ। ਜੇ ਸੱਚਮੁੱਚ ਉਹਨਾਂ ਨੂੰ ਲਗਾਵ ਤਾਂ ਪੰਜਾਬ ਦੇ ਨਾਲ ਆ ਕੇ ਖੜਨ, ਨਹੀਂ ਤਾਂ ਸਾਡਾ ਜਿਹੜਾ ਰੋਸ ਆ ਇਹ ਇਸੇ ਤਰੀਕੇ ਨਾਲ ਜਾਰੀ ਰਹੂਗਾ, ਕਿਉਂਕਿ ਅਸੀਂ ਪੰਜਾਬ ਦੇ ਨਾਲ ਜਿਹੜੀ ਹੋਰ ਰਾਜਨੀਤੀ ਆ, ਪੰਜਾਬ ਦੇ ਨਾਲ ਹੋਰ ਧੋਖਾ ਜਿਹੜਾ ਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਉਹਨਾਂ ਦੀ ਵਜ੍ਹਾ ਕਰਕੇ ਅੱਜ ਆ ਜਿਹੜੇ ਅਸਤੀਫੇ ਦੇਣੇ ਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਆ। ਪੰਜਾਬ ਦੇ ਲੋਕਾਂ ਦਾ ਕੀ ਗੱਲ ਇੰਨਾ ਵੀ ਹੱਕ ਨਹੀਂ ਬਣਦਾ ਜਿਨ੍ਹਾਂ ਨੇ ਇੰਨਾ ਵੱਡਾ ਮਾਣ ਜਿਹੜਾ ਆ ਬਾਦਲ ਸਾਹਿਬ ਨੂੰ ਦਿੱਤਾ, ਉਸ ਪਰਿਵਾਰ ਨੂੰ ਦਿੱਤਾ। ਅਸਤੀਫਾ ਲੈਣਾ ਪੰਜਾਬ ਦੇ ਲੋਕਾਂ ਦਾ ਅਧਿਕਾਰ ਆ। ਉਹਨਾਂ ਨੇ ਆਪਦੇ ਅਧਿਕਾਰ ਨੂੰ ਇਸਤੇਮਾਲ ਕੀਤਾ ਤੇ ਉਹਨਾਂ ਨੇ ਅਸਤੀਫਾ ਲਿਆਗਾ, ਨਾ ਕਿ ਅਸਤੀਫਾ ਦੇਖੋ ਕੁਰਸੀ ਛੱਡੀ ਕਦੋਂ ਹੈ, ਅਸਤੀਫਾ ਦਿੱਤਾ ਕਦੋਂ ਹੈ? ਜੋ ਦੇਣਾ ਚਾਹੀਦਾ ਸੀ ਉਹ ਤਾਂ ਅਸਤੀਫਾ ਦਿੱਤਾ ਨਹੀਂ। ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਪੰਜਾਬ ਦੇ ਵਿੱਚ ਸਥਿਤੀ ਬਦ ਤੋਂ ਬਦਤਰ ਹੋ ਗਈ, ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਸਾਰੇ ਲੋਕ ਆੜ੍ਹਤੀਏ, ਪੱਲੇਦਾਰ, ਟਰਾਂਸਪੋਰਟਰ ਜਿਨ੍ਹਾਂ ਦੇ ਪ੍ਰਤੀ ਇਹ ਕਿਸਾਨ ਮਾਰੂ ਆਰਡੀਨੈਂਸ ਲੈ ਕੇ ਆਏ ਨੇ, ਉਹ ਜੋ ਸਾਰੇ ਇਕੱਠੇ ਹੋ ਗਏ, ਉਹ ਤੁਸੀਂ ਅਸਤੀਫਾ ਦੇਤਾ। ਅਸਤੀਫਾ ਉਦੋਂ ਕਿਉਂ ਨਹੀਂ ਦਿੱਤਾ ਜਦੋਂ ਇਹ ਜਾਰੀ ਹੋਇਆ ਸੀ, ਜਦੋਂ ਇਹ ਡਰਾਫਟ ਬਣ ਰਿਹਾ ਸੀ? ਉਦੋਂ ਵੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਉੱਥੇ ਸੈਂਟਰ ਦੇ ਵਿੱਚ ਸੀਗੇ, ਉਸ ਕਮੇਟੀ ਦੇ ਵਿੱਚ ਸੀਗੇ। ਉਦੋਂ ਅਸਤੀਫਾ ਕਿਉਂ ਨਹੀਂ ਦਿੱਤਾ? ਹੁਣ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਹੁਣ ਤੁਸੀਂ ਅਸਤੀਫਾ ਦੇ ਰਹੇ ਹੋ ਤੇ ਹੁਣ ਤੁਸੀਂ ਪਿੰਡਾਂ ਦੇ ਵਿੱਚ ਐਂਟਰੀ ਲਈ ਜਗ੍ਹਾ ਭਾਲ ਰਹੇ ਹੋ। ਮੈਂ ਕਹਿੰਦੀ ਆ ਇਹ ਐਂਟਰੀ ਭਾਲਦੇ ਤਾਂ ਲੋਕਾਂ ਨੇ ਇਹਨਾਂ ਦੀ ਐਂਟਰੀ ਬੰਦ ਕਰ ਦੇਣੀ ਹੈ। ਇਹ ਆਪਦੀ ਐਂਟਰੀ ਭਾਲ ਰਹੇ, ਚੱਕਾ ਜਾਮ ਕਰਦੇ ਆ 25 ਤਰੀਕ ਨੂੰ, ਜਦੋਂ ਕਿ ਸਾਰਾ ਪੰਜਾਬ ਬੰਦ ਹੈ। ਮੈਨੂੰ ਤਾਂ ਇਹ ਨਹੀਂ ਸਮਝ ਆਈ, ਜੋ ਪੰਜਾਬ ਬੰਦ ਹੀ ਹੈ 25 ਤਰੀਕ ਨੂੰ, ਇਹ ਚੱਕਾ ਕਿਹਦਾ ਜਾਮ ਕਰਨਗੇ? ਜੋ ਕੁਛ ਚੱਕਾ ਦਾ ਚੱਲਣਾ ਹੀ ਹੈ ਨਹੀਂ। ਮੈਨੂੰ ਲੱਗਦਾ ਪੰਜਾਬ ਤਾਂ ਸਿੱਧਾ ਰੁਕ ਕਰਦੇ हैं तलवंडी साबो ਦਾ मुनीश गर्ग मेरे सहयोगी लाइव जुड़े हुए ने। ਤਾਂ मुनीश, ਪਹਿਲੀ ਵਾਰ ਪਹੁੰਚੇ हरसिमरत कौर बादल ਅਸਤੀਫਾ ਦੇਣ ਤੋਂ ਬਾਅਦ ਤੇ ਵਿਰੋਧ ਹਾਲਾਂਕਿ ਪਹਿਲਾਂ ਤੋਂ ਹੀ ਲੱਗ ਰਿਹਾ ਸੀ ਤੇ ਉਸੇ ਤਰੀਕੇ ਦੇ ਨਾਲ ਹੋਇਆ ਵੀ ਹੈ। ਫਿਲਹਾਲ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਤਸਵੀਰਾਂ ਤੇ ਅਕਾਲੀ ਦਲ ਦਾ ਅੱਗੇ ਕੀ ਪ੍ਰੋਗਰਾਮ ਹੈ? बिल्कुल अमृत, पहला दस देवां कि केंद्रीय मंत्री हरसिमरत कौर ਜਿਹੜੇ ਹੁਣ ਸਾਬਕਾ ਹੋ ਗਏ ਨੇ, ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚ ਰਹੇ ਨੇ, ਜਿਸ ਨੂੰ ਲੈ ਕੇ ਅਕਾਲੀ ਦਲ ਵਰਕਰ ਜਿਹੜੇ ਉਹਨਾਂ ਦਾ ਸਵਾਗਤ ਕਰ ਰਹੇ ਨੇ, ਭਰਮਾ ਸਵਾਗਤ ਕਰ ਰਹੇ ਨੇ। ਉਹਨਾਂ ਨੇ ਅੱਜ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਾ ਹੈ, ਜਿਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹਿਣਗੇ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਹੈ ਜਿਹੜਾ ਲਗਾਤਾਰ ਵਿਰੋਧ ਕਰ ਰਹੀ ਹੈ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇਸ ਦੇ ਨਾਲ ਹੀ ਯੂਥ ਕਾਂਗਰਸ ਦੇ ਵਰਕਰ ਆ ਉਹ ਵੀ ਇੱਕ ਜਗ੍ਹਾ ਤੇ ਇਕੱਠੇ ਹੋ ਰਹੇ ਨੇ। ਉਹਨਾਂ ਦਾ ਵੀ ਕਹਿਣਾ ਵੀ ਇਹਨਾਂ ਦਾ ਜਿਹੜਾ ਵਿਰੋਧ ਕੀਤਾ ਜਾਵੇਗਾ। ਜਦੋਂ ਕਿ ਅਕਾਲੀ ਦਲ ਦਾ ਕਹਿਣਾ ਕਿ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਦੇ ਹੋਏ, ਕਿਸਾਨਾਂ ਦੇ ਹੱਕ ਵਿੱਚ ਉਤਰਦੇ ਹੋਏ ਆਪਣਾ ਅਸਤੀਫਾ ਦਿੱਤਾ, ਆਪਣੀ ਵਜ਼ੀਰੀ ਛੱਡੀ ਹੈ। ਜੀ ਅਮਰਤ। ਤਾਂ ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਤਾਂ ਅਸੀਂ ਦੇਖਿਆ ਮੁਨੀਸ਼ ਕਿ ਕਿਸ ਤਰ੍ਹਾਂ ਕਾਲੇ ਝੰਡੇ ਲਹਿਰਾ ਕੇ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਇਲਾਵਾ ਕਾਂਗਰਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਪ੍ਰਦਰਸ਼ਨ ਕੀਤਾ ਜਾਵੇਗਾ। ਤੇ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੀ ਅੱਗੇ ਦੀ ਕੀ ਰਣਨੀਤੀ ਹੈ, ਕਿ ਕੋਈ ਪਲਾਨ ਪਤਾ ਲੱਗ ਰਿਹਾ ਕਿ ਇਸ ਤੋਂ ਬਾਅਦ, ਕਿਉਂਕਿ ਸੁਖਬੀਰ ਬਾਦਲ ਦੇ ਵੱਲੋਂ ਤਾਂ ਪੰਜਾਬ ਦਾ ਦੌਰਾ ਕੀਤਾ ਜਾਵੇਗਾ?
ਬਿਲਕੁਲ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ, ਵਾਹਿਗੁਰੂ ਅੱਗੇ ਅਰਦਾਸ ਕਰਨਗੇ ਅਤੇ ਇੱਥੋਂ ਜਿਹੜਾ ਸੰਘਰਸ਼ ਹੈ ਇਸ ਆਰਡੀਨੈਂਸਾਂ ਦੇ ਖਿਲਾਫ ਸੰਘਰਸ਼ ਦੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਜਿਹੜੇ ਇੱਥੇ ਵਰਕਰਾਂ ਨੂੰ ਸੰਬੋਧਨ ਵੀ ਕਰਨਗੇ। ਵੱਡੀ ਗਿਣਤੀ ਜਿਹੜੇ ਉਹਨਾਂ ਦੇ ਵਰਕਰਾਂ ਦੀ ਪੁੱਜਣ ਦੀ ਉਮੀਦ ਹੈ ਤੇ ਵਰਕਰ ਇੱਥੇ ਪੁੱਜਣੇ ਵੀ ਸ਼ੁਰੂ ਹੋ ਗਏ ਨੇ। ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਵੀ ਇੱਥੇ ਪੁੱਜਣੀ ਸ਼ੁਰੂ ਹੋ ਗਈ ਹੈ ਤੇ ਅਕਾਲੀ ਦਲ ਦੇ ਵਰਕਰ ਆ ਜਿਹੜੇ ਉਹ ਵੀ ਇੱਥੇ ਪੁੱਜਣੇ ਸ਼ੁਰੂ ਹੋ ਗਏ ਨੇ। ਨਤਮਸਤਕ ਹੋਣ ਤੋਂ ਬਾਅਦ ਇੱਕ ਵੱਡਾ ਇਕੱਠ ਕੀਤਾ ਜਾਵੇਗਾ। ਇਕੱਠ ਦੌਰਾਨ ਜਿਹੜੇ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ ਤੇ ਸੰਬੋਧਨ ਦੌਰਾਨ ਇਸ ਆਰਡੀਨੈਂਸਾਂ ਦੇ ਖਿਲਾਫ ਅਕਾਲੀ ਦਲ ਦਾ ਸਟੈਂਡ ਸਪਸ਼ਟ ਕੀਤਾ ਜਾਵੇਗਾ। ਉੱਥੇ ਨਾਲ ਹੀ ਪ੍ਰੋਗਰਾਮ ਹੈ ਕਿਸਾਨਾਂ ਨੂੰ ਉਹ ਵੀ ਦਿੱਤਾ ਜਾਵੇਗਾ। ਬਿਲਕੁਲ ਮਨੀਸ਼, ਕਿਉਂਕਿ ਕੱਲ ਤੋਂ ਐਲਾਨ ਕੀਤਾ ਹੋਇਆ ਹੈ ਅਕਾਲੀ ਦਲ ਨੇ ਵੀ ਆਪਣੇ ਮੈਗਾ ਪਲਾਨ ਦਾ ਕਿ ਕੱਲ 25 ਸਤੰਬਰ ਨੂੰ ਚੱਕਾ ਜਾਮ ਕੀਤਾ ਜਾਵੇਗਾ। ਹਾਲਾਂਕਿ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਜਦੋਂ ਕੱਲ ਪੂਰਨ ਤੌਰ ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਤਾਂ ਅਜਿਹੇ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵੱਖਰੇ ਤੌਰ ਤੇ ਚੱਕਾ ਜਾਮ ਕਿਸ ਦਾ ਕੀਤਾ ਜਾਵੇਗਾ, ਇਹ ਸਮਝ ਨਹੀਂ ਆ ਰਿਹਾ। ਤਾਂ ਫਿਲਹਾਲ ਸ਼ੁਕਰੀਆ ਮਨੀਸ਼ ਇਸ ਸਾਰੀ ਜਾਣਕਾਰੀ ਦੇ ਲਈ। ਤਾਂ ਅੱਜ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣਗੇ ਤੇ ਉਸ ਤੋਂ ਬਾਅਦ ਅਕਾਲੀ ਦਲ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਆਪਣੇ ਅੱਗੇ ਦੀ ਰਣਨੀਤੀ ਜੋ ਹੈ ਉਹ ਸੰਘਰਸ਼ ਸ਼ੁਰੂ ਕਰੇਗਾ, ਕਿਉਂਕਿ ਕੱਲ ਅਕਾਲੀ ਦਲ ਦੇ ਵੱਲੋਂ 3 ਘੰਟੇ ਦੇ ਲਈ ਪੰਜਾਬ ਦੇ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਉਸ ਤੋਂ ਬਾਅਦ 4 ਦਿਨ ਦੇ ਲਈ ਸੁਖਬੀਰ ਬਾਦਲ ਦੇ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ 1 ਅਕਤੂਬਰ ਨੂੰ ਮੋਹਾਲੀ ਵਿਖੇ ਅਕਾਲੀ ਦਲ ਦੇ ਵੱਲੋਂ ਵੱਡਾ ਪ੍ਰਦਰਸ਼ਨ, ਵੱਡਾ ਇਕੱਠ ਕੀਤਾ ਜਾਵੇਗਾ। ਤਾਂ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਰੋਸ ਲਗਾਤਾਰ ਜਾਰੀ ਹੈ। ਵੱਖ-ਵੱਖ ਥਾਵਾਂ ਤੇ ਧਰਨੇ, ਪ੍ਰਦਰਸ਼ਨ, ਹਾਈਵੇ ਜਾਮ ਕਰਨ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਤਾਂ ਅੱਜ ਰੇਲਾਂ ਰੋਕਣਗੇ ਕਿਸਾਨ। ਹਾਲਾਂਕਿ ਇਤਿਹਾਦ ਦੇ ਵਜੋਂ ਫਿਰੋਜ਼ਪੁਰ ਡਿਵੀਜ਼ਨ ਦੇ ਵੱਲੋਂ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ। 48 ਘੰਟਿਆਂ ਦੇ ਲਈ ਰੇਲਾਂ ਦਾ ਚੱਕਾ ਜਾਮ ਕਿਸਾਨ ਕਰਨਗੇ। ਰੇਲ ਲਾਈਨਾਂ ਜਾਮ ਕਰਨ ਦੇ ਲਈ ਕਿਸਾਨਾਂ ਨੇ ਪ੍ਰਬੰਧ ਕਰ ਲਏ ਨੇ। ਸੂਬੇ ਭਰ ਦੇ ਵਿੱਚ ਕਿਸਾਨਾਂ ਦਾ ਰੇਲ ਅੰਦੋਲਨ ਹੈ। ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਇਹ ਹੱਲਾ ਬੋਲ ਹੈ। ਤਾਂ ਉਧਰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾ ਨਾ ਵਿਗੜੇ, ਇਸ ਦੇ ਲਈ ਮੁੱਖ ਮੰਤਰੀ ਦੇ ਵੱਲੋਂ, ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਲੋੜ ਪਈ ਤਾਂ ਡਿਪਟੀ ਕਮਿਸ਼ਨਰ 144 ਧਾਰਾ ਲਗਾ ਸਕਦੇ ਨੇ, ਕਿਉਂਕਿ ਪ੍ਰਦਰਸ਼ਨ ਕਰਨ ਦਾ ਹੱਕ ਬੇਸ਼ੱਕ ਕਿਸਾਨਾਂ ਨੂੰ ਹੈ, ਪਰ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ, ਖਾਸ ਤੌਰ ਤੇ ਕੋਰੋਨਾ ਮਹਾਮਾਰੀ ਦੇ ਦੌਰਾਨ ਹਾਲਾਤ ਨਾ ਵਿਗੜਨ। ਉਧਰ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਸਰਕਾਰ ਵੀ ਸਤਰਕ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ 24 ਤੋਂ 26 ਸਤੰਬਰ ਤੱਕ ਹਥਿਆਰ ਲੈ ਕੇ ਜਾਣ ਤੇ ਮਨਾਹੀ ਹੈ। ਕੋਈ ਹਥਿਆਰ ਨਹੀਂ ਲੈ ਕੇ ਜਾ ਸਕਦਾ। 24 ਤੋਂ 26 ਸਤੰਬਰ ਤੱਕ ਲੋੜ ਪੈਣ ਤੇ ਡਿਪਟੀ ਕਮਿਸ਼ਨਰ ਧਾਰਾ 144 ਵੀ ਲਗਾ ਸਕਦੇ ਨੇ। ਮੋਗਾ ਦੇ ਡੀਸੀ ਨੇ ਧਾਰਾ 144 ਲਾਗੂ ਕਰਨ ਦੇ ਹੁਕਮ ਦੇ ਦਿੱਤੇ ਨੇ। ਪ੍ਰਦਰਸ਼ਨਾਂ ਦੇ ਕਰਕੇ ਕਾਨੂੰਨ ਵਿਵਸਥਾ ਪ੍ਰਭਾਵਿਤ ਨਾ ਹੋਵੇ, ਇਸ ਲਈ ਪੁਲਿਸ ਵੀ ਮੁਸਤੈਦ ਨਜ਼ਰ ਆ ਰਹੀ ਹੈ, ਕਿਉਂਕਿ ਕਿਸਾਨਾਂ ਦੇ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅੱਜ ਰੇਲਾਂ ਰੋਕਣਗੇ। ਉਸ ਤੋਂ ਬਾਅਦ ਕੱਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਤਾਂ ਅਜਿਹੇ ਦੇ ਵਿੱਚ ਸਥਿਤੀ ਤਣਾਅਪੂਰਵਕ ਨਾ ਹੋਵੇ, ਹਾਲਾਤ ਕਾਬੂ ਤੋਂ ਬਾਹਰ ਨਾ ਹੋਣ, ਇਸ ਦੇ ਲਈ ਗ੍ਰਹਿ ਵਿਭਾਗ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ। 24 ਤੋਂ 26 ਸਤੰਬਰ ਤੱਕ ਕੋਈ ਹਥਿਆਰ ਨਹੀਂ ਲੈ ਕੇ ਜਾ ਸਕਦਾ। ਪੂਰੇ ਜਿਹੜਾ ਟਰੈਕ ਹੈ ਇਹਦੀ ਸੇਫਟੀ ਵਾਸਤੇ ਫੋਰਸ ਲਗਾਈ ਗਈ ਹੋਈ ਹੈ। ਟਰੈਕ ਦੇ ਨਾਲ ਨਾਲ ਸਾਡੇ ਜਿਹੜੇ ਮੋਟਰਸਾਈਕਲ ਨੇ PCR ਦੇ ਉਹ ਲੱਗੇ ਹੋਏ ਆ। ਜੈਤਵਾਲ ਤੋਂ ਲੈ ਕੇ ਡਗਰੂ ਤੱਕ ਸਾਡਾ ਪੂਰਾ ਟਰੈਕ ਦੀ ਜਿਹੜੀ ਸੇਫਟੀ ਦਾ ਮੁਕੰਮਲ ਅਸੀਂ ਪ੍ਰਬੰਧ ਕੀਤਾ ਹੋਇਆ। ਤਾਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਉਹਨਾਂ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ। ਕਿਸੇ ਨੂੰ ਵੀ ਮਾਹੌਲ ਵਿਗਾੜਨ ਨਹੀਂ ਦਿੱਤਾ ਜਾਵੇਗਾ। ਸ਼ਾਂਤਮਈ ਢੰਗ ਦੇ ਨਾਲ ਕਿਸਾਨ ਆਪਣਾ ਰੋਸ ਜ਼ਾਹਿਰ ਕਰਨ, ਪਰ ਜੇਕਰ ਮਾਹੌਲ ਖਰਾਬ ਹੁੰਦਾ ਹੈ ਤਾਂ ਫਿਰ ਉਹ ਵੀ ਕਾਰਵਾਈ ਕਰਨ ਦੇ ਲਈ ਤਿਆਰ ਨੇ। ਤਾਂ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਰੇਲਾਂ ਰੋਕਣਗੇ, ਕੱਲ ਪੰਜਾਬ ਬੰਦ ਕਰਨਗੇ। ਉਸ ਤੋਂ ਬਾਅਦ ਵੀ ਜੇਕਰ ਕੇਂਦਰ ਦੇ ਵੱਲੋਂ ਆਪਣੇ ਫੈਸਲੇ ਵਾਪਸ ਨਾ ਲੈ ਗਏ, ਆਪਣੇ ਕਾਲੇ ਕਾਨੂੰਨ ਵਾਪਸ ਨਾ ਲੈ ਗਏ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਤਿੱਖਾ ਹੋਵੇਗਾ। ਪਰ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਣਗੇ ਜਦੋਂ ਤੱਕ ਉਹਨਾਂ ਦੇ ਹੱਕਾਂ ਤੇ ਡਾਕਾ ਇਸੇ ਤਰ੍ਹਾਂ ਪੈਂਦਾ ਰਹੇਗਾ। ਉਹ ਆਪਣੀ ਲੜਾਈ ਲੜਦੇ ਰਹਿਣਗੇ। ਤਾਂ ਇੱਕ ਪਾਸੇ ਕਿਸਾਨ
ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਸੰਘਰਸ਼ ਉਲੀਕਿਆ ਗਿਆ ਹੈ। ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸੂਬੇ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਤੇ ਨਾਲ ਹੀ ਰੇਲ ਰੋਕੋ ਅੰਦੋਲਨ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਚਲਾਇਆ ਜਾਵੇਗਾ। ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਦੀ ਅਗਵਾਈ ਦੇ ਵਿੱਚ ਕਿਤੇ ਧਰਨਾ ਹੋਵੇਗਾ ਤਾਂ ਕਿਤੇ ਰੇਲ ਰੋਕੀ ਜਾਵੇਗੀ। ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ਦੇ ਵਿੱਚ ਰੇਲ ਰੋਕੀ ਜਾਵੇਗੀ ਤਾਂ ਸੁਨਾਮ 'ਚ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਹੋਵੇਗਾ। ਤਾਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇਗੀ ਆਮ ਆਦਮੀ ਪਾਰਟੀ ਤਾਂ ਕਿਤੇ ਪ੍ਰਦਰਸ਼ਨ ਹੋਣਗੇ ਤਾਂ ਕਿਤੇ ਰੇਲ ਰੋਕੋ ਅੰਦੋਲਨ ਦੀ ਅਗਵਾਈ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਵੀ ਲਗਾਤਾਰ ਇਹਨਾਂ ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਾਲੇ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਤਾਂ ਇੱਕ ਪਾਸੇ ਕਾਂਗਰਸ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਸੂਬੇ ਦੇ ਵਿੱਚ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ ਤੇ ਇਸ ਸਭ ਦੇ ਵਿਚਾਲੇ ਲੋਕ ਇਨਸਾਫ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਸੜਕਾਂ ਤੇ ਹੈ ਤੇ ਆਮ ਆਦਮੀ ਪਾਰਟੀ ਵੀ। ਤਾਂ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਸਿਰਫ ਬੀਜੇਪੀ ਨੂੰ ਛੱਡ ਕੇ ਹਰ ਇੱਕ ਪਾਰਟੀ ਇਹਨਾਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਸੂਬੇ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਕਿਤੇ ਰੇਲ ਰੋਕੋ ਅੰਦੋਲਨ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾਵੇਗੀ ਤਾਂ ਕਿਤੇ ਪ੍ਰਦਰਸ਼ਨ ਹੋਵੇਗਾ। ਸੁਨਾਮ 'ਚ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ਦੇ ਵਿੱਚ ਰੇਲ ਰੋਕੀ ਜਾਵੇਗੀ। ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਹੋਣਗੇ। ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰ ਇਹਨਾਂ ਪ੍ਰਦਰਸ਼ਨਾਂ ਦੀ ਅਗਵਾਈ ਕਰਨਗੇ। ਉਧਰ ਆਪ ਸਾਂਸਦ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਮਤੇ ਪਾਉਣ ਦੀ ਅਪੀਲ ਕੀਤੀ ਗਈ ਹੈ ਕਿ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਮਤੇ ਪਾਏ ਜਾਣ ਤਾਂ ਜੋ ਕਾਨੂੰਨੀ ਲੜਾਈ ਲੜਨੀ ਸੌਖੀ ਹੋ ਜਾਵੇ। ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਘਮਸਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਕੱਲ ਲੋਕ ਇਨਸਾਫ ਪਾਰਟੀ ਦੇ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਰੋਸ ਮਾਰਚ ਕੱਢਿਆ ਗਿਆ। ਕਾਂਗਰਸ ਅਤੇ ਅਕਾਲੀ ਦਲ ਵੱਲੋਂ ਟਰੈਕਟਰ ਮਾਰਚ ਕੱਢੇ ਗਏ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਜਾਣਗੇ। ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਰੇਲ ਰੋਕੋ ਅੰਦੋਲਨ ਨੂੰ ਵੀ ਪੂਰੀ ਤਰ੍ਹਾਂ ਸਾਥ ਦੇਣਗੇ। ਪੰਜਾਬ ਬੰਦ ਦਾ ਵੀ ਸਮਰਥਨ ਕਰਨਗੇ ਤੇ ਅੱਜ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਵੀ ਕਰਨਗੇ। ਕੁੱਲ ਮਿਲਾ ਕੇ ਬੀਜੇਪੀ ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਪੰਜਾਬ ਦੇ ਵਿੱਚ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਨੇ। ਕਹਿ ਰਹੀਆਂ ਨੇ ਕਿ ਇਹ ਕਾਲੇ ਕਾਨੂੰਨ ਨੇ, ਕਿਸਾਨ ਨੂੰ ਬਰਬਾਦ ਕਰ ਦੇਣਗੇ, ਇਹਨਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਤਾਂ ਕਿਉਂ ਇਹਨਾਂ ਖੇਤੀ ਬਿੱਲਾਂ ਦਾ ਵਿਰੋਧ ਹੋ ਰਿਹਾ ਹੈ? ਕਿਉਂਕਿ ਸਰਕਾਰ ਬੀਜੇਪੀ ਬੇਸ਼ੱਕ ਦਾਅਵਾ ਕਰ ਰਹੀ ਹੈ ਕਿ ਇਸ ਦੇ ਨਾਲ ਵਿਚੋਲੀਆ ਸਿਸਟਮ ਖਤਮ ਹੋ ਜਾਵੇਗਾ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਆੜਤੀਆਂ ਦੇ ਨਾਲ ਉਹਨਾਂ ਦਾ 9 ਮਾਸ ਦਾ ਰਿਸ਼ਤਾ ਹੈ। ਆੜਤੀਆਂ ਨੂੰ ਖਤਮ ਜੇਕਰ ਕਰਨ ਦੀ ਸਰਕਾਰ ਕੋਸ਼ਿਸ਼ ਕਰੇਗੀ ਤਾਂ ਕਿਸਾਨ ਵੀ ਆਪਣੇ ਆਪ ਖਤਮ ਹੋ ਜਾਵੇਗਾ। ਸਰਕਾਰ ਦਾ ਦਾਅਵਾ ਕਿ ਕਿਤੇ ਵੀ ਕਿਸਾਨ ਆਪਣੀ ਫਸਲ ਜਾ ਕੇ ਵੇਚ ਸਕਦਾ ਹੈ, ਇਸ ਦੇ ਨਾਲ ਕਿਸਾਨ ਨੂੰ ਲਾਭ ਹੋਵੇਗਾ। ਇਹ ਬਿੱਲ ਕਿਸਾਨ ਹਿਤੈਸ਼ੀ ਨੇ, ਜਦਕਿ ਕਿਸਾਨ ਅਤੇ ਪੰਜਾਬ ਸਰਕਾਰ ਸਣੇ ਹੋਰ ਵਿਰੋਧੀ ਪਾਰਟੀਆਂ ਲਗਾਤਾਰ ਇਹਨਾਂ ਬਿੱਲਾਂ ਨੂੰ ਕਿਸਾਨ ਵਿਰੋਧੀ ਕਰਾਰ ਦੇ ਕੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਨੇ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਲਗਾਤਾਰ ਪ੍ਰਦਰਸ਼ਨ ਜਾਰੀ ਨੇ। ਪੰਜਾਬ ਤੋਂ ਕਾਂਗਰਸ ਦੇ ਸੰਸਦ ਦਿੱਲੀ ਦੇ ਵਿੱਚ ਸਦਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ, ਕਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਰਹੇ ਨੇ ਤਾਂ ਉਧਰ ਪੰਜਾਬ ਦੇ ਵਿੱਚ ਆਪੋ ਆਪਣੇ ਢੰਗ ਦੇ ਨਾਲ ਕੋਈ ਸਾਈਕਲ ਮਾਰਚ ਕੱਢ ਕੇ, ਕੋਈ ਮੋਟਰਸਾਈਕਲ ਰੈਲੀ ਕੱਢ ਕੇ ਤੇ ਕੋਈ ਟਰੈਕਟਰ ਮਾਰਚ ਕਰਕੇ ਆਪਣਾ ਪ੍ਰਦਰਸ਼ਨ ਦਰਜ ਕਰਵਾ ਰਿਹਾ ਹੈ। ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਲਗਾਏ ਜਾ ਰਹੇ ਨੇ, ਕਿਉਂਕਿ ਕੇਂਦਰ ਸਰਕਾਰ ਤੇ ਤਾਂ ਨਿਸ਼ਾਨੇ ਸਾਧੇ ਹੀ ਜਾ ਰਹੇ ਨੇ, ਨਾਲ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਆਪਣਾ ਸਟੈਂਡ ਸਹੀ ਤਰੀਕੇ ਦੇ ਨਾਲ ਨਹੀਂ ਲੈ ਰਹੀ। ਜੇਕਰ ਕਾਂਗਰਸ ਚਾਹੇ ਤਾਂ ਇਹਨਾਂ ਬਿੱਲਾਂ ਨੂੰ ਲਾਗੂ ਕਰਵਾਉਣ ਤੋਂ ਰੋਕ ਸਕਦੀ ਹੈ ਤੇ ਇਸ ਦੇ ਨਾਲ ਹੀ ਸਾਰੀਆਂ ਪਾਰਟੀਆਂ ਨੂੰ ਇਕੱਠੇ ਚੱਲਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਹਾਲਾਂਕਿ
ਅਕਾਲੀ ਦਲ ਨੂੰ ਨਾਲ ਲੈ ਕੇ ਜਾਣ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੂੰ ਨਾਲ ਉਹ ਨਹੀਂ ਲੈ ਕੇ ਜਾਣਗੇ, ਕਿਉਂਕਿ ਅਕਾਲੀ ਦਲ ਨੇ ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ ਹੈ। ਅਕਾਲੀ ਦਲ ਅਜੇ ਵੀ ਉਸ ਐਨਡੀਏ ਦਾ ਭਾਈਵਾਲ ਹੈ ਜੋ ਕਿਸਾਨਾਂ ਦੇ ਲਈ ਇਹ ਕਾਲਾ ਕਾਨੂੰਨ ਲੈ ਕੇ ਆ ਰਹੀ ਹੈ। ਤਾਂ 5 ਤਸਵੀਰਾਂ ਤੁਸੀਂ ਦੇਖ ਰਹੇ ਹੋ। 5 ਤਸਵੀਰਾਂ ਨੇ ਕੱਲ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਏ ਨੇ। ਲੰਬੇ ਸਮੇਂ ਤੋਂ ਮੀਡੀਆ ਤੋਂ ਦੂਰ, ਸਿਆਸਤ ਸਰਗਰਮ ਤੋਂ ਦੂਰ ਨਵਜੋਤ ਸਿੰਘ ਸਿੱਧੂ ਵੀ ਪਿੰਡ ਦੇ ਵਿੱਚ ਉਤਰੇ। ਸਿੱਧੂ ਦੇ ਵੱਲੋਂ ਰੋਸ ਮਾਰਚ ਕੱਢਿਆ ਗਿਆ। ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਗਿਆ ਕਿ ਸਾਡੀ ਪੱਗ ਨੇ ਕਿਸਾਨ ਤੇ ਕੇਂਦਰ ਨੇ ਸਾਡੀ ਪੱਗ ਨੂੰ ਹੱਥ ਪਾਇਆ ਹੈ। ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਮੋਟਰਸਾਈਕਲ ਰੈਲੀ ਕੱਢੀ ਗਈ। ਦਿੱਲੀ ਵੱਲ ਜਾਣਾ ਸੀ ਪਰ ਹਰਿਆਣੇ ਤੋਂ ਹੀ ਵਾਪਸ ਆਣਾ ਪਿਆ ਕਿਉਂਕਿ ਅੰਬਾਲਾ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਲੁਧਿਆਣਾ ਦੇ ਵਿੱਚ ਕਾਂਗਰਸ ਦੇ ਵੱਲੋਂ ਕੈਪਟਨ ਸੰਦੀਪ ਸੰਧੂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਤਾਂ ਅਕਾਲੀ ਵਿਧਾਇਕ ਮਨਪ੍ਰੀਤ ਅਯਾਲੀ ਦੇ ਵੱਲੋਂ ਵੀ ਟਰੈਕਟਰ ਮਾਰਚ ਕਰਕੇ ਆਪਣਾ ਰੋਸ ਦਰਜ ਕਰਵਾਇਆ ਗਿਆ। ਤਾਂ ਸੂਬੇ ਦੇ ਵਿੱਚ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਖੇਤੀ ਬਿੱਲਾਂ ਦੇ ਖਿਲਾਫ ਪੰਜਾਬ ਦੇ ਵਿੱਚ ਸਿਆਸੀ ਘਮਸਾਨ ਮਚਿਆ ਹੋਇਆ ਹੈ। ਤਾਂ 25 ਸਤੰਬਰ ਨੂੰ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਸਫਲ ਬਣਾਉਣ ਦੇ ਲਈ ਕਿਸਾਨ ਵੀ ਲਾਮਬੰਦ ਹੋ ਗਏ ਨੇ। ਤਾਂ तमाम ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਕੇ ਨਵੇਂ ਬਿੱਲਾਂ ਤੇ ਹਸਤਾਖਰ ਨਾ ਕਰਨ ਦੀ ਮੰਗ ਕੀਤੀ ਗਈ ਹੈ। ਤਾਂ ਪੰਜਾਬ ਦੇ ਵਿੱਚ ਰੋਸ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ। ਬੀਜੇਪੀ ਨੂੰ ਛੱਡ ਕੇ तमाम ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਨੇ, ਆਵਾਜ਼ ਬੁਲੰਦ ਕਰ ਰਹੀਆਂ ਨੇ, ਪ੍ਰਦਰਸ਼ਨ ਕਰ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਨੇ ਰੋਸ ਮਾਰਚ ਕੱਢਿਆ ਭੰਡਾਰੀ ਪੁਲ ਤੋਂ ਲੈ ਕੇ ਹੌਲ ਬਾਜ਼ਾਰ ਤੱਕ। ਤਾਂ ਲੁਧਿਆਣਾ 'ਚ ਕਾਂਗਰਸੀ ਆਗੂ ਤੇ ਕੈਪਟਨ ਦੇ ਸਲਾਹਕਾਰ ਸੰਦੀਪ ਸੰਧੂ ਨੇ ਮਾਰਚ ਕੱਢਿਆ। ਅਕਾਲੀ ਵਿਧਾਇਕ ਮਨਪ੍ਰੀਤ ਅਯਾਲੀ ਦੇ ਵੱਲੋਂ ਵੀ ਟਰੈਕਟਰ ਮਾਰਚ ਕੱਢਿਆ ਗਿਆ। ਤਾਂ ਲੋਕ ਇਨਸਾਫ ਪਾਰਟੀ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਮੋਟਰਸਾਈਕਲ ਰੈਲੀ ਕੱਢੀ ਗਈ। ਤਾਂ ਪੰਜਾਬ ਦੇ ਵਿੱਚ ਹਰ ਦਿਨ ਧਰਨੇ ਪ੍ਰਦਰਸ਼ਨਾਂ ਦੇ ਨਾਮ ਚੱਲ ਰਿਹਾ ਹੈ। ਅੱਜ ਕਿਸਾਨਾਂ ਦੇ ਵੱਲੋਂ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ, ਜਦਕਿ ਕੱਲ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਤਾਂ ਉਧਰ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਬੈਂਸ ਭਰਾਵਾਂ ਦੇ ਵੱਲੋਂ ਵੀ ਕੱਲ ਇੱਕ ਹਾਈ ਵੋਲਟੇਜ ਡਰਾਮਾ ਕੀਤਾ ਗਿਆ। ਫਤਿਹਗੜ੍ਹ ਸਾਹਿਬ ਤੋਂ ਬੈਂਸ ਭਰਾਵਾਂ ਦੇ ਵੱਲੋਂ ਮੋਟਰਸਾਈਕਲ ਰੈਲੀ ਦੀ ਸ਼ੁਰੂਆਤ ਕੀਤੀ ਗਈ। ਦਿੱਲੀ ਵੱਲ ਜਾਣਾ ਸੀ ਪਰ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ। ਹਰਿਆਣਾ ਪੁਲਿਸ ਦੇ ਵੱਲੋਂ ਅੱਗੇ ਨਹੀਂ ਵਧਣ ਦਿੱਤਾ ਗਿਆ। ਤਾਂ ਸ਼ੰਭੂ ਬਾਰਡਰ ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੂੰ ਰੋਕਣ ਦੇ ਲਈ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ। ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ। ਜਦੋਂ ਗੱਲ ਨਾ ਬਣੀ ਤਾਂ ਬੈਂਸ ਭਰਾਵਾਂ ਨੇ ਪੁਲ ਦੇ ਹੇਠੋਂ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ, ਜਿਸ ਤੋਂ ਬਾਅਦ ਫਿਲਹਾਲ ਬੈਂਸ ਭਰਾਵਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ। ਪਰ ਇਹ ਵੀ ਕਹਿ ਦਿੱਤਾ ਹੈ ਕਿ ਪ੍ਰਦਰਸ਼ਨ ਖਤਮ ਹੋਇਆ ਹੈ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਤਾਂ ਕਿਸਾਨਾਂ ਦੇ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਕਿਸਾਨਾਂ ਦੇ ਵੱਲੋਂ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਇਤਿਹਾਦ ਵਜੋਂ ਪੁਲਿਸ ਵੀ ਮੁਸਤੈਦ ਨਜ਼ਰ ਆ ਰਹੀ ਹੈ। ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਕਈ ਰੇਲਾਂ ਰੱਦ ਵੀ ਕਰ ਦਿੱਤੀਆਂ ਗਈਆਂ ਨੇ। ਤਾਂ ਉਧਰ ਦੂਜੇ ਪਾਸੇ ਕਿਸ ਤਰ੍ਹਾਂ ਦੇ ਹਾਲਾਤ ਨੇ, ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਅਮਿਤ, ਕਿਸਾਨਾਂ ਦਾ ਪ੍ਰਦਰਸ਼ਨ ਹਰ ਰੋਜ਼ ਨਵਾਂ ਤੇ ਤਿੱਖਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਅੱਜ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ। ਫਿਲਹਾਲ ਕੀ ਕੁਝ ਜਾਣਕਾਰੀ ਤੁਹਾਡੇ ਕੋਲ ਤੇ ਕਿਸ ਤਰ੍ਹਾਂ ਦੇ ਪੁਲਿਸ ਦੇ ਪ੍ਰਬੰਧ ਨੇ? ਜਮੀਨ ਬਿਲਕੁਲ ਕਿਸਾਨਾਂ ਦਾ ਜਿਹੜਾ ਧਰਨਾ ਡੀਸੀ ਆਫਿਸ ਤੋਂ ਇਸ ਦੀ ਸ਼ੁਰੂਆਤ ਹੋਈ ਸੀ। 3 ਬਿੱਲ ਜਿਹੜੇ ਕਿ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਨੇ, ਉਹਨਾਂ ਦੇ ਖਿਲਾਫ ਸਭ ਤੋਂ ਪਹਿਲਾਂ ਡੀਸੀ ਆਫਿਸ ਤੋਂ ਸ਼ੁਰੂਆਤ ਹੋਈ ਤੇ ਅੱਜ ਉਹ ਜਿਹੜਾ ਧਰਨਾ ਹੈ ਰੇਲ ਰੋਕੋ ਅੰਦੋਲਨ ਦੇ ਵਿੱਚ ਬਦਲ ਚੁੱਕਾ ਹੈ। ਅੱਜ ਤੋਂ ਉਸ ਦੀ ਸ਼ੁਰੂਆਤ ਹੋਏਗੀ ਅਤੇ 26 ਤਰੀਕ ਤੱਕ ਲਗਾਤਾਰ ਜਿਹੜਾ ਰੇਲ ਰੋਕੋ ਅੰਦੋਲਨ ਜਿਹੜਾ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਜਿਹੜਾ ਕਿ ਜੰਡਿਆਲਾ ਦੇ ਵਿੱਚ ਦੇ ਲਾਗੇ ਪੈਂਦਾ ਹੈ, ਉੱਥੇ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਹੋਏਗੀ। 12 ਵਜੇ ਲਗਭਗ ਇਸ ਦੀ ਸ਼ੁਰੂਆਤ ਕਿਸਾਨਾਂ ਦੁਆਰਾ ਕੀਤੀ ਜਾਏਗੀ ਅਤੇ 25 ਤਰੀਕ ਨੂੰ ਕੱਲ ਜਿਹੜਾ ਪੰਜਾਬ ਬੰਦ ਅਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਨਾਲ ਹੀ ਕਿਸਾਨਾਂ ਦੁਆਰਾ ਆਮ ਦੁਕਾਨਦਾਰਾਂ ਅਤੇ ਵਪਾਰੀ ਵਰਗ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ ਕਿ ਉਹ ਇਸ ਭਾਰਤ ਬੰਦ ਨੂੰ ਸਹਿਯੋਗ ਦੇਣ ਤਾਂ ਕਿ ਕੇਂਦਰ ਸਰਕਾਰ ਤੱਕ ਇਸ ਦੀ ਆਵਾਜ਼ ਪਹੁੰਚ ਸਕੇ ਅਤੇ ਜਿਹੜੇ 3 ਬਿੱਲ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਏ, ਕਿਉਂਕਿ ਕਿਸਾਨਾਂ ਦੁਆਰਾ ਜ਼ਰੂਰ ਇਹ ਕਿਹਾ ਗਿਆ ਕਿ ਉਹਨਾਂ ਦੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਉਹਨਾਂ ਨੂੰ ਆਸ ਸੀ ਕਿ ਇਹ ਜਿਹੜਾ ਧਰਨੇ ਦੀ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਡੀਸੀ ਆਫਿਸ ਤੋਂ ਉੱਥੇ ਹੀ ਖਤਮ ਹੋ ਜਾਏਗਾ, ਲੇਕਿਨ
ਕਿਸੇ ਨੇ ਵੀ ਉਹਨਾਂ ਦੀ ਸੁੱਧ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਅੱਜ ਜਿਹੜੀ ਉਹਨਾਂ ਦਾ ਜਿਹੜਾ ਅੰਦੋਲਨ ਹੈ ਰੇਲ ਰੋਕੋ ਅੰਦੋਲਨ ਤੱਕ ਪਹੁੰਚ ਚੁੱਕਾ ਹੈ। ਅਗਰ ਹੁਣ ਵੀ ਕੇਂਦਰ ਸਰਕਾਰ ਅਤੇ ਕਿਸੇ ਨੇ ਉਹਨਾਂ ਦੀ ਸੁੱਧ ਨਾ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਦਾ ਉਗਰ ਪ੍ਰਦਰਸ਼ਨ ਕਰਨਗੇ ਅਤੇ ਇਸ ਦੇ ਸਿੱਟੇ ਭੁਗਤਣੇ ਪੈਣਗੇ। ਜੀ ਅੰਮ੍ਰਿਤ। ਬਿਲਕੁਲ ਅਮਿਤ, ਤਾਂ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਅਜੇ ਵੀ ਕੇਂਦਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚਦੀ ਤਾਂ ਸੰਘਰਸ਼ ਤਿੱਖਾ ਹੋਵੇਗਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਜਾਰੀ ਰਹਿੰਦੇ ਨੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਮਾਹੌਲ ਖਰਾਬ ਹੋਣ ਦੇ ਆਸਾਰ ਵੀ ਬੇहद ਵੱਧ ਜਾਂਦੇ ਨੇ। ਸ਼ੁਕਰੀਆ ਅਮਿਤ ਫਿਲਹਾਲ ਇਸ ਸਾਰੀ ਜਾਣਕਾਰੀ ਦੇ ਲਈ। ਤਾਂ ਅੰਮ੍ਰਿਤਸਰ ਦੇ ਵਿੱਚ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਜਾ ਰਹੇ ਨੇ। ਕਿਸਾਨ ਆਪਣੀਆਂ ਗ੍ਰਿਫਤਾਰੀਆਂ ਦੇਣ ਦੇ ਲਈ ਖੜੇ ਨੇ, ਕਹਿ ਰਹੇ ਨੇ ਕਿ ਸਾਨੂੰ ਗ੍ਰਿਫਤਾਰ ਕਰ ਲਿਆ ਜਾਵੇ ਜੇਕਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਣਗੀਆਂ। ਤੇ ਸਭ ਦੇ ਵਿਚਾਲੇ ਅੱਜ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਕਿਸਾਨ। ਐਲਾਨ ਕੀਤਾ ਹੈ ਰੇਲਾਂ ਰੋਕਣ ਦਾ ਤੇ ਕੱਲ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਹੈ ਕਿਸਾਨਾਂ ਨੇ। ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਜਿੱਥੇ ਸਾਰੇ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਸੀਂ ਤਸਵੀਰਾਂ ਵਿਖਾ ਰਹੇ ਹਾਂ ਨਾਭਾ ਦੀਆਂ। ਨਾਭਾ ਦਾ ਇਹ ਰੇਲਵੇ ਟਰੈਕ ਹੈ ਜਿੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਥੇ ਟਰੈਕ ਨੂੰ ਜਾਮ ਕਰ ਦੇਣਾ ਤੇ ਇਹ ਧਰਨਾ ਅੱਜ 24 ਤਰੀਕ ਤੋਂ ਲੈ ਕੇ 26 ਸਤੰਬਰ ਤੱਕ ਦਿੱਤਾ ਜਾਵੇਗਾ। ਤੁਸੀਂ ਦੂਜੇ ਪਾਸੇ ਤਸਵੀਰਾਂ ਦੇਖ ਰਹੇ ਹੋ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੁਝ ਪਹੁੰਚ ਚੁੱਕੇ ਨੇ। ਜਿਹੜਾ ਸਾਊਂਡ ਆ ਉਹ ਇੱਥੇ ਲਿਆਂਦਾ ਗਿਆ ਤੇ ਦੂਜੇ ਪਾਸੇ ਤਸਵੀਰਾਂ ਉਹ ਦਿਖਾ ਰਿਹਾ ਸਾਊਂਡ ਜਿਹੜਾ ਉਹ ਲਗਾ ਵੀ ਦਿੱਤਾ ਗਿਆ। ਇਹ ਟਰੈਕ ਆ ਜਿਹੜਾ ਬਠਿੰਡਾ ਤੋਂ ਪਟਿਆਲਾ ਜਿਹੜਾ ਇਹ ਲਾਈਨ ਜਾ ਰਹੀ ਹੈ, ਇਸ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਇਹਨਾਂ ਨਾਲ ਗੱਲ ਕਰਦੇ ਹਾਂ। ਸਰ, ਜਿਹੜਾ ਇਹ ਟਰੈਕ ਆ ਕਿੰਨੇ ਤੋਂ ਕਿੰਨੇ ਤਰੀਕ ਤੱਕ ਬੰਦ ਕੀਤਾ, ਕਿੰਨੇ ਕੁ ਆਗੂ ਇੱਥੇ ਪਹੁੰਚਣਗੇ? ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਾਭਾ ਦਾ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ। ਇਹ ਉਗਰਾਹਾਂ ਯੂਨੀਅਨ ਵੱਲੋਂ 24 ਤੋਂ ਲੈ ਕੇ 26 ਤਰੀਕ ਤੱਕ ਪੂਰਾ ਰੇਲ ਟਰੈਕ ਇਹ ਜਾਮ ਕੀਤਾ ਜਾਊਗਾ। ਇਹਦੇ ਵਿੱਚ ਪੂਰਾ ਪਟਿਆਲਾ ਜ਼ਿਲ੍ਹਾ ਨਾਭੇ ਸ਼ਹਿਰ ਦੇ ਵਿੱਚ ਇੱਥੇ ਰੇਲ ਟਰੈਕ ਤੇ ਆਊਗਾ। ਇਹ ਪੂਰੀ ਤਰ੍ਹਾਂ ਮੁਕੰਮਲ ਜਾਮ ਕੀਤਾ ਜਾਊਗਾ। ਇਹਦੇ ਵਿੱਚ ਲਗਭਗ ਘੱਟੋ ਘੱਟ 7-8 ਹਜ਼ਾਰ ਤੋਂ ਕਿਸਾਨਾਂ ਤੋਂ ਉੱਪਰ ਆਉਣ ਦੀ ਉਮੀਦ ਹੈ ਤੇ ਵੱਧ ਵੀ ਹੋ ਸਕਦੇ ਨੇ। ਇਹਦੇ ਵਿੱਚ ਨੌਜਵਾਨੀ ਬਹੁਤ ਜ਼ਿਆਦਾ ਜੁੜੀ ਆ ਵਧੀਆ ਤਰੀਕੇ ਨਾਲ। ਅਸੀਂ ਬਹੁਤ ਆਸ ਕਰਦੇ ਹਾਂ ਕਿ ਵੀ ਜੋ ਅਸੀਂ ਇਹ 24 ਤੋਂ ਲੈ ਕੇ 26 ਤੱਕ ਪ੍ਰੋਗਰਾਮ ਲਿਖਿਆ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ, ਅਸੀਂ ਇਹ ਪੂਰਨ ਤੌਰ ਤੇ ਇਹਨੂੰ ਮੁਕੰਮਲ ਤੌਰ ਤੇ ਬੰਦ ਕਰ। ਤਾਂ ਕਿਸਾਨ ਪੂਰੀ ਤਰ੍ਹਾਂ ਆਰ-ਪਾਰ ਦੀ ਲੜਾਈ ਦੇ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ। ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਇੱਕੋ ਬੈਨਰ ਦੇ ਹੇਠਾਂ ਇਕੱਠੇ ਹੋ ਕੇ ਇਹਨਾਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਨੇ। ਇਸੇ ਤਹਿਤ ਅੱਜ ਰੇਲਾਂ ਰੋਕਣ ਦਾ ਐਲਾਨ ਕਿਸਾਨਾਂ ਨੇ ਕੀਤਾ ਹੈ ਤੇ ਨਾਲ ਹੀ ਨਾਲ ਕੱਲ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਕਿਸਾਨਾਂ ਨੂੰ ਪੂਰਾ ਸਮਰਥਨ ਵੀ ਸਿਆਸਤਦਾਨਾਂ ਦਾ ਮਿਲ ਰਿਹਾ ਹੈ। ਸਿਰਫ ਬੀਜੇਪੀ ਨੂੰ ਛੱਡ ਕੇ ਪੰਜਾਬ ਦੇ ਵਿੱਚ तमाम ਸਿਆਸੀ ਪਾਰਟੀਆਂ, ਸੱਤਾਧਾਰੀ ਕਾਂਗਰਸ ਸਣੇ तमाम ਵਿਰੋਧੀ ਪਾਰਟੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੀਆਂ ਨਜ਼ਰ ਆ ਰਹੀਆਂ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਵੀ ਅੱਜ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਕਿਤੇ ਰੇਲਾਂ ਰੋਕਣ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾਵੇਗੀ ਤਾਂ ਕਿਤੇ ਪ੍ਰਦਰਸ਼ਨ ਉਹਨਾਂ ਦੀ ਅਗਵਾਈ ਦੇ ਵਿੱਚ ਹੋਣਗੇ। ਤਾਂ ਆਮ ਆਦਮੀ ਪਾਰਟੀ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਕਿਸਾਨਾਂ ਦੇ ਨਾਲ ਉਹ ਖੜੇ ਰਹਿਣਗੇ। ਤੇ ਸਿੱਧਾ ਰੁਖ ਕਰਦੇ ਹਾਂ, ਰੋਹਿਤ ਬੰਸਲ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਰੋਹਿਤ, ਲਗਾਤਾਰ ਪੰਜਾਬ ਦੇ ਵਿੱਚ ਸਿਆਸੀ ਘਮਾਸਾਨ ਤੇਜ਼ ਹੁੰਦਾ ਜਾ ਰਿਹਾ ਹੈ। ਸਿਰਫ ਬੀਜੇਪੀ ਨੂੰ ਛੱਡ ਕੇ ਪੰਜਾਬ ਦੇ ਵਿੱਚ ਸੱਤਾਧਾਰੀ ਕਾਂਗਰਸ ਨੇ तमाम ਵਿਰੋਧੀ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਖੜੀਆਂ ਨੇ। ਫਿਲਹਾਲ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਦੀ ਰਣਨੀਤੀ ਹੈ, ਕਿ ਕੁਝ ਤਸਵੀਰਾਂ ਜਾਣਕਾਰੀ ਤੁਹਾਡੇ ਕੋਲ? ਜੀ ਬਿਲਕੁਲ ਅਮਰਤ, ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਜਾਵੇ ਤਾਂ ਪੰਜਾਬ ਦੀ ਹਰ ਪਾਰਟੀ ਕਿਤੇ ਨਾ ਕਿਤੇ ਇਹ ਜਤਾਉਣ 'ਚ ਲੱਗੀ ਹੋਈ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹੈ। ਕਿਤੇ ਨਾ ਕਿਤੇ ਜੋ ਰਾਜਨੀਤੀ ਮਾਹਰ ਹੈ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਮਾਮਲਾ ਖੇਤੀਬਾੜੀ ਬਿੱਲਾਂ ਦਾ, ਬੇਸ਼ੱਕ ਕਿਸਾਨਾਂ ਦੇ ਸਮਰਥਨ ਕਰਨ ਦਾ, ਪਰ ਸਿੱਧਾ ਨਿਸ਼ਾਨਾ ਹਰ ਪਾਰਟੀ ਦਾ 2022 ਤੇ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਆਪਣੇ ਹੱਕ 'ਚ ਕੀਤਾ ਜਾਵੇ, ਕਿਉਂਕਿ ਪੰਜਾਬ ਦੇ ਮੈਜੋਰਟੀ ਕਿਸਾਨ ਹੈ
ਔਰ ਕਿਸਾਨ ਹੀ ਇਹੋ ਜਿਹੀ ਚੀਜ਼ ਹੈ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੇ। ਜੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਤਾਂ ਆਮ ਆਦਮੀ ਪਾਰਟੀ ਨੇ 25 ਤਰੀਕ ਦੇ ਜੋ ਕਿਸਾਨਾਂ ਨੇ ਬੰਦ ਦਾ ਸੱਦਾ ਦਿੱਤਾ ਸੀ ਉਸ ਨੂੰ ਪੂਰਨ ਸਮਰਪਿਤ ਕੀਤਾ, ਉਹਨਾਂ ਨੇ ਪੂਰਨ ਸਮਰਥਨ ਕੀਤਾ ਗਾ। ਉਹਨਾਂ ਦਾ ਕਹਿਣਾ ਹੈਗਾ ਕਿ ਕਿਸਾਨਾਂ ਦੇ ਨਾਲ ਅਸੀਂ ਅਲੱਗ ਤੋਂ ਧਰਨੇ ਨਹੀਂ ਲਾਵਾਂਗੇ, ਜਿੱਥੇ ਕਿਸਾਨ ਧਰਨੇ ਲਾਉਣਗੇ ਅਸੀਂ ਉਹਨਾਂ ਦੇ ਨਾਲ ਧਰਨੇ ਲਾਵਾਂਗੇ। ਹਾਲਾਂਕਿ ਅਕਾਲੀ ਦਲ ਕਹਿ ਰਿਹਾ ਸੀ ਕਿ ਅਸੀਂ ਅਲੱਗ ਤੋਂ ਚੱਕਾ ਜਾਮ ਕਰਾਂਗੇ, 3 ਘੰਟੇ ਲਈ ਚੱਕਾ ਜਾਮ ਕਰਾਂਗੇ, ਪਰ ਆਮ ਆਦਮੀ ਨੇ ਕਿਹਾ ਕਿ ਸਾਡਾ ਵੱਖਰਾ ਪ੍ਰੋਗਰਾਮ ਕੋਈ ਨਹੀਂ ਹੋਏਗਾ। ਔਰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਹਲਕੇ ਵਿੱਚ 12 ਵਜੇ ਤੋਂ ਲੈ ਕੇ 2 ਵਜੇ ਤੱਕ ਇੱਕ ਹਿਊਮਨ ਚੇਨ ਬਣਾ ਕੇ ਸੰਕੇਤਕ ਪ੍ਰਦਰਸ਼ਨ ਦੀ ਗੱਲ ਕੀਤੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਇਦਾਂ ਦਾ ਵਿਰੋਧ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਜਿਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਆਵੇ। ਇਸ ਲਈ ਅਸੀਂ ਸੜਕ ਦੇ ਕਿਨਾਰੇ ਖੜ ਕੇ ਇੱਕ ਹਿਊਮਨ ਚੇਨ ਬਣਾਵਾਂਗੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਸੰਕੇਤਕ ਪ੍ਰਦਰਸ਼ਨ ਜਾ ਸਕੇ ਕਿ ਹਾਂਜੀ ਆਮ ਆਦਮੀ ਪਾਰਟੀ ਵੀ ਕਿਸਾਨਾਂ ਦਾ ਸਾਥ ਦੇ ਰਹੀ ਹੈ। ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਅਸੀਂ ਗੱਲ ਕੀਤੀ ਜਾਵੇ, ਕੱਲ ਸਿਮਰਜੀਤ ਬੈਂਸ ਨੇ ਪ੍ਰੋਟੈਸਟ ਕੀਤਾ, ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਕੀਤਾ ਸੀ। ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਨੇ ਆਪਣੀ ਰਣਨੀਤੀ ਉਲੀਕੀ ਹੈ। ਅੱਜ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਬਠਿੰਡਾ ਤੋਂ ਸ਼ੁਰੂਆਤ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ तमाम ਰਾਜਨੀਤੀ ਪਾਰਟੀਆਂ ਇਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕਰਨ ਜਾ ਰਹੀਆਂ ਨੇ ਸਿਵਾਏ ਬੀਜੇਪੀ ਦੇ। ਔਰ ਕੱਲ ਦੀ ਜੇ ਅਸੀਂ ਗੱਲ ਕਰੀਏ, ਕੱਲ ਆਮ ਆਦਮੀ ਪਾਰਟੀ ਨੇ ਇੱਕ ਸਪੈਸ਼ਲ ਐਲਾਨ ਕੀਤਾ ਕਿ ਜੇ 7 ਦਿਨਾਂ ਦੇ ਅੰਦਰ ਅੰਦਰ ਸੋਮਨਾਥ ਜੋ ਕੇਂਦਰੀ ਵਜ਼ਾਰਤ ਦੇ ਵਿੱਚ ਮੰਤਰੀ ਨੇ ਅਸਤੀਫਾ ਨਹੀਂ ਦਿੰਦੇ ਤਾਂ ਅਸੀਂ ਬੀਜੇਪੀ ਦੇ ਸੰਸਦਾਂ ਦੇ ਘਰ ਘੇਰਾਂਗੇ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਪਹਿਲਾਂ ਹਰਸਿਮਰਤ ਨੇ ਅਸਤੀਫਾ ਦੇ ਦਿੱਤਾ ਪਰ ਬੀਜੇਪੀ ਦੇ ਕਿਉਂਕਿ ਪੰਜਾਬ ਦਾ ਮੰਤਰੀ ਹੈ, ਜੇ ਉਹ ਇਸ ਕੈਬਨਿਟ ਵਿੱਚ ਹਾਲੇ ਤੱਕ ਵੀ ਬਣਿਆ ਹੋਇਆ ਜਿਸ ਕੈਬਨਿਟ ਨੇ 3 ਆਰਡੀਨੈਂਸ ਪੇਸ਼ ਕੀਤੇ ਨੇ ਔਰ ਪਾਸ ਕਰ ਦਿੱਤੇ ਨੇ, ਤਾਂ ਇਹ ਸਾਡੇ ਲਈ ਮੰਦਭਾਗਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਜਿੰਨਾ ਚਿਰ ਰਿਜ਼ਾਈਨ ਨਹੀਂ ਦਿੰਦੇ ਅਸੀਂ 7 ਦਿਨਾਂ ਦਾ ਉਹਨਾਂ ਨੂੰ ਟਾਈਮ ਦਿੰਦੇ ਹਾਂ, ਜੇ 7 ਦਿਨਾਂ 'ਚ ਰਿਜ਼ਾਈਨ ਦਿੰਦੇ ਆ ਤਾਂ ਠੀਕ ਹੈ, ਨਹੀਂ ਅਦਰਵਾਈਜ਼ ਉਹਨਾਂ ਦੇ ਘਰ ਦੇ ਬਾਹਰ ਧਰਨੇ ਲਾਏ ਜਾਣਗੇ। ਜੀ ਬਿਲਕੁਲ ਰੋਹਿਤ, ਤਾਂ ਕੁੱਲ ਮਿਲਾ ਕੇ ਬੀਜੇਪੀ ਨੂੰ ਛੱਡ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨਾਂ ਦੇ ਨਾਲ ਖੜੀਆਂ ਨਜ਼ਰ ਆ ਰਹੀਆਂ ਨੇ। ਸ਼ੁਕਰੀਆ ਫਿਲਹਾਲ ਇਸ ਸਾਰੀ ਜਾਣਕਾਰੀ ਦੇ ਲਈ। ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਰੇਲਾਂ ਰੋਕਾਂ ਅੰਦੋਲਨ ਦੀ ਅਗਵਾਈ ਵੀ ਕੀਤੀ ਜਾਵੇਗੀ, ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸੇ ਤਰੀਕੇ ਦੇ ਨਾਲ ਵੱਖ-ਵੱਖ ਪਾਰਟੀਆਂ ਆਪਣਾ ਰੋਸ ਦਰਜ ਕਰਵਾ ਰਹੀਆਂ ਨੇ। ਕੱਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਲੋਕ ਇਨਸਾਫ ਪਾर्टी ਦੇ ਵੱਲੋਂ प्रदर्शन किया गया, मोटरसाइकिल रैली कढ़ी गई। कांग्रेस की सरकार यूपीए में आपने कहा 10 साल में कर पाई। जीएसटी कर सकती थी लेकिन हिम्मत नहीं जुटा पाई। कांग्रेस की सरकार, मनमोहन सिंह चाहते थे, कृषि मंत्री शरद पवार जी चाहते थे अब हम रिफॉर्म लाए, वो चाहते उस समय रिफॉर्म कर सकते थे, उनकी इच्छा तो यही करने की थी, लेकिन कुछ लोगों के दबाव में यूपीए सरकार इसको हिम्मत नहीं कर पाई। और आपको मालूम है प्रधानमंत्री नरेंद्र मोदी जी तो देश के प्रति प्रतिबद्ध हैं। अगर देश के लिए जीएसटी ज़रूरी है तो कोई भी विरोध करे जीएसटी आएगा और पास भी होगा। और अगर देश में खेती को आगे बढ़ाने के लिए ये दोनों विधेयक ज़रूरी है तो विधेयक का विरोध राजनीतिक रूप से कोई भी करे, इससे क्या फ़र्क पड़ता है, विधेयक आएंगे और किसानों का भला होगा। तो फिर पार्लियामेंट में डिवीजन वोट क्यों नहीं किया गया? अगर नंबर हैं आपके पास, सब कुछ है, डिवीजन वोट कर लेते, या फिर अगर सिलेक्ट कमेटी पे ही भेज देते, आप इतने कॉन्फिडेंट हैं तो? नहीं, सिलेक्ट कमेटी में भेजने की ज़रूरत नहीं है ना, 2 लाइन का बिल है, सिलेक्ट कमेटी को भेजा जाता है। वो बिल जो 50 पन्नों का हो और उसमें बहुत सारी धाराएं हों और बरसों तक उसकी स्क्रूटनिंग करना हो, इसमें मैं समझता हूँ सिलेक्ट कमेटी में भेजने के लिए क्या है, एपीएमसी के बाहर बिना टैक्स के ये विधेयक किसान को अपना माल बेचने की स्वतंत्रता प्रदान करता है। जो व्यक्ति इस अंगूठी को बनाता है, इस अंगूठी को जो बनाता है वो उस अंगूठी की खुद कीमत तय करता है ना। आप दुकान पे जाओगे और अगर उसको दुकानदार को मालूम है कि उसे आपको अंगूठी नहीं बेचना तो वो मना कर देगा कि नहीं भाई आप कितने भी पैसे दो मैं नहीं बेचूंगा। ये स्वतंत्रता है ना उसको। कोई भी उत्पादन करता अपने प्रोडक्ट को बेचने के लिए खुद ही कीमत तय करता है, कहाँ बेचेगा ये खुद ही तय करता है। लेकिन किसान सबसे बड़ा उत्पादन करता होने के बावजूद भी अपनी फसल को कहाँ बेचेगा ये तय करने का उसको अधिकार 70 साल में नहीं दिया। किस कीमत पर बेचेगा ये अधिकार कांग्रेस के लोगों ने उनको नहीं दिया। आज अगर मोदी जी ये अधिकार उसे दे रहे हैं और बिना टैक्स का खरीद फरोख्त हो सकती है, टैक्स को फ्री कर रहे हैं, तो इसमें किसी को क्या आपत्ति है? सिलेक्ट कमेटी इसमें क्या करेगी? जब आप सिलेक्ट कमेटी, मैंने इसलिए कहा क्योंकि बहुत से लोग कह रहे हैं कि जब इसका निर्माण हुआ, जब आप इस बिल का निर्माण कर रहे थे तो आपने कंसल्ट नहीं किया जो स्टेक होल्डर्स हैं, तो इसलिए सिलेक्ट कमेटी के बारे में कह रहे हैं कि जिन राज्यों को इफेक्ट करने वाला है सबसे ज़्यादा, वहाँ के किसान हो, वहाँ पे व्यापारी हो, वहाँ के जो पॉलिटिशियंस हो, जो भी हो, उनके साथ विचार विमर्श नहीं हुआ। देखिए ज़्यादा विचार विमर्श तब होता है जब नीयत में खोट हो।
जब मैं आपको आज़ादी देने वाली बात कर रहा हूँ तो आपको आज़ाद होने में कोई तकलीफ होना ही नहीं है और किसान को कोई तकलीफ है ही नहीं। मैंने कहा ये तकलीफ नेताओं की है और नेताओं की राजनीति की तकलीफ है, अपने निजी स्वार्थों की तकलीफ है। इस बिल से किसी को तकलीफ नहीं है, न किसान को है, न कोई आर्गुमेंट किसी नेता के पास है, न राजनीतिक दल के पास है। तो कांग्रेस इसे अब काला कानून कह रही है और वो इस हफ्ते से राज्यों में प्रदर्शन शुरू हो जाएंगे और वो कह रहे हैं कि ये मौत का पैगाम है छोटे किसानों के लिए। आपका क्या विचार है इस बारे में? मैं समझता हूँ कांग्रेस का नेतृत्व तो बौना हो गया है, न वो खेती किसानी को समझता है, न देश के हित और अहित को समझता है। और किसान में जो कांग्रेस में जो अच्छे लोग हैं उनकी पूंछ समाप्त हो गई है। तो जिन लोगों के हाथ में नेतृत्व है उनकी कोई हैसियत देश में बची नहीं है, उनका अपनी पार्टी में भी कोई नहीं सुनता है और इसलिए वो कुछ भी गलत सलत बात करके देश को गुमराह करने की कोशिश करते हैं। मैं कांग्रेस के नेतृत्व को कहना चाहता हूं कि वो आर्गुमेंट करना है तो विधेयक के प्रावधानों पर करें, सरकार जवाब देगी और थोड़े दिन में तो ये स्थिति है किसान जवाब देगा उनको। आंदोलन करें तो हाँ, यही मैं कहना चाहती थी, आंदोलन या कांग्रेस को कुछ ऐसा मुद्दा चाहिए था जिसे वो एक पैन इंडिया इमोटिव इशू बनाए। किसान का जो मुद्दा होता है वो हमेशा पैन इंडिया हो सकता है, उसमें एक पॉसिबिलिटी है कि उसे वो एक पैन इंडिया इशू बनाए। तो क्या आप समझते हैं कि बीजेपी के लिए एक बहुत बड़ी चुनौती बन गई है? कांग्रेस अप्रासंगिक हो गई है, वो गलत फहमी के आधार पर इसमें अपने को दोबारा से जिंदा करने की संभावना को तलाश कर रही है, लेकिन जनता ने उनको रिजेक्ट कर दिया है, इस प्रयास को भी रिजेक्ट कर दी। दो विचार अब उठ रहे हैं इस बिल को लेकर। एक तरफ कि ये किसान के लिए मौत का पैगाम है, दूसरी तरफ जो आप कह रहे हैं कि एक रेवोल्यूशनरी मोमेंट है। तो इसमें कोई मिडिल पाथ है या फिर आप कहते हैं कि इसमें फ़ायदा ही फ़ायदा है? देखिए, दरअसल मैं तो ये कहना चाहता हूँ ये दोनों बिल किसान के जीवन में क्रांतिकारी बदलाव लाने वाले हैं, किसान की माली हालत सुधारने वाले हैं, खेती को समृद्ध बनाने वाले हैं, किसान का शोषण रोकने वाले हैं, किसान की आमदनी दोगुनी करने वाले हैं, किसान इससे महंगी फसलों की ओर आकर्षित होगा, गांव तक निजी निवेश पहुंचेगा, किसान नई टेक्नोलॉजी से जुड़ेगा, किसान वैश्विक मानकों के आधार पर अपने उत्पादन को उत्पादित कर सकेगा और किसान सभी टैक्सों से मुक्त हो सकेगा और उसकी माली हालत में वो बदलाव लाने में इन विधेयकों के माध्यम से सफल होगा। ENI के साथ बात करने के लिए धन्यवाद। चलो धन्यवाद। केंद्रीय मंत्री नरेंद्र तोमर ਦੇ ਵੱਲੋਂ ਇੱਕ ਵਾਰ ਫਿਰ ਤੋਂ ਦਾਅਵਾ ਕੀਤਾ ਗਿਆ ਕਿ ਇਹ ਬਿੱਲ ਜੋ ਲਿਆਂਦੇ ਗਏ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਤੇ ਕਿਸਾਨਾਂ ਨੂੰ ਇਸ ਦੇ ਨਾਲ ਫਾਇਦਾ ਹੀ ਹੋਣ ਵਾਲਾ ਹੈ ਤੇ ਵਿਰੋਧ ਕਰਨ ਵਾਲਿਆਂ ਤੇ ਇੱਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਜੋ ਵਿਰੋਧ ਕਰ ਰਹੇ ਨੇ ਉਹ ਕਿਸਾਨ ਵਿਰੋਧੀ ਨੇ। ਤੇ ਉਧਰ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਬਾਦਲ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸੁਝਾਅ ਦਿੱਤਾ ਗਿਆ ਹੈ ਕਿ ਪੂਰੇ ਪੰਜਾਬ ਨੂੰ ਨੋਟੀਫਾਈ ਮੰਡੀ ਐਲਾਨ ਦਿੱਤਾ ਜਾਵੇ। ਸੁਖਬੀਰ ਬਾਦਲ ਦੇ ਵੱਲੋਂ ਇਹ ਸੁਝਾਅ ਕੈਪਟਨ ਅਮਰਿੰਦਰ ਸਿੰਘ ਨੂੰ ਦਿੰਦਿਆਂ ਕਿਹਾ ਗਿਆ ਕਿ पूरे पंजाब ਨੂੰ ਸਾਰੀ ਸਰਕਾਰੀ ਮੰਡੀ ਐਲਾਨ ਦਿੱਤਾ ਜਾਵੇ ਕਿਉਂਕਿ ਨਵੇਂ ਪਾਸ ਹੋਏ ਖੇਤੀ ਬਿੱਲ ਪ੍ਰਮੁੱਖ ਮੰਡੀ ਤੇ ਲਾਗੂ ਨਹੀਂ ਹੁੰਦੇ। ਨਾਲ ਹੀ ਸੁਖਬੀਰ ਨੇ ਸੂਬੇ ਦੇ APMC ਐਕਟ ਵਿੱਚ ਵੀ ਸੋਧ ਜੋ ਕੀਤੀ ਗਈ ਹੈ ਉਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਜੇਕਰ ਕੈਪਟਨ ਸਰਕਾਰ ਇਹ ਫੈਸਲੇ ਲਾਗੂ ਨਹੀਂ ਕਰਦੀ ਤਾਂ ਅਸੀਂ ਆਪਣੀ ਸਰਕਾਰ ਬਣਨ ਤੇ ਇਹ ਬਦਲਾਵ ਕਰਾਂਗੇ। ਤਾਂ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਪੂਰੇ ਪੰਜਾਬ ਨੂੰ ਸਰਕਾਰੀ ਮੰਡੀ ਐਲਾਨ ਦਿੱਤਾ ਜਾਵੇ क्योंकि पास किए गए एक्ट प्रमुख मंडी ते लागू नहीं होंगे। बाजवा दे वल्लों APMC एक्ट दे विच सोध करन दी भी मंग की गई है। प्रताप सिंह बाजवा ने कहा है कि पूरे पंजाब नूं मंडी ऐलान दिता जाए, किसानां ते कोई भी मार्केट फीस ना लगे, यह भी सुझाव दिता है प्रताप सिंह बाजवा ने। प्रताप सिंह बाजवा ने राजस्थान का हवाला दिंदिया कहा कि राजस्थान सरकार अजिहा फैसला कर चुकी है तो राजस्थान ने सारे वेयर हाउस APMC एक्ट के हेठ लियाते ने तो पंजाब नूं भी अजिहा करना चाहिए है तो पूरे पंजाब नूं मंडी ऐलान दिता जाना चाहिए है।
ਹੁਣ ਗੱਲ ਕਰਦੇ ਹਾਂ ਕੰਗਨਾ ਰਣੌਤ ਦੀ, ਜਿਹੜੀ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਕੰਗਨਾ ਇਸ ਵਾਰ ਸ਼ਿਵ ਸੈਨਾ ਦੇ ਨਾਲ ਪੰਗੇ ਕਰਕੇ ਨਹੀਂ ਬਲਕਿ ਕਿਸਾਨਾਂ ਦੇ ਨਿਸ਼ਾਨੇ ਤੇ ਹੈ। ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕੰਗਨਾ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ। दरअसल कंगना ते इल्जाम है कि उसने किसानों को अतवादी ऐलानिया है। हालांकि कंगना ने भी ट्वीट के जरिए जवाब दिता है। पूरा मामला की है देखो इस रिपोर्ट के राही। देश भर च इस समय नवे खेती बिल की चर्चा हो रही है। किसान संगठन होन या सियासी दल सरकार अते इन्हां खेती बिलों का खुल के विरोध किया जा रहा है। विरोध का सेक कंगना तक पहुंच गया। कंगना ते इल्जाम लगा है कि उन्होंने किसानों नूं अतवादी कहा अते यही वजह है कि पंजाब च किसान जथेबंदियां ने कंगना दे विरोध च जोरदार प्रदर्शन किया। ये कहती कि जेड़े अपना हक मंग रहे शांतमई हक मंग रहे आ, जेड़े 70 साल तो हक मंग रहे हक नहीं मिलिया, काले कानूनों दे विच विरोध कर रहे आ, उन्हां नूं मैडम कंगना कहंदी ये अतवादी आ। ये भुल चुकी है कि जिन्हां दा नाज खांदी वो अतवादियां दा खांदी आ। ये स्पष्ट करे कि किसानां दा खांदी, अन्नदाते दा खांदी आ। इस करके मरी हुई जमीर वाली मैडम कंगना नूं असीं दस देना चाहुंदे आ कि साडी सब दी जमीर जागदी आ, असीं अपना हक लैके रवांगे। हालांकि एक्ट्रेस ने भी फिर इस विरोध ते जवाब दिता। दरअसल एतवार नूं कंगना ने एक ट्वीट कीता सी जिस च उन्हां ने प्रधानमंत्री नरेंद्र मोदी दे एक ट्वीट नूं रीट्वीट कीता सी। पीएम मोदी ने अपने ट्वीट के जरिए विरोध कर रहे किसानों की गलतफहमी दूर करने की कोशिश की सी। कंगना ने इस ट्वीट दे नाल लिखिया सी, प्रधानमंत्री जी जे कोई सो रहा होवे तो उसनू जगाया जा सकता है, जिसनू गलतफहमी होवे उसनू समझाया जा सकता है, पर जो सोन दी एक्टिंग करे ना समझन दी एक्टिंग करे उसनू तुहाडे समझाउण दा की फर्क पवेगा। ये ओही अतवादी ने। सीए नाल एक भी इंसान दी सिटीजनशिप नहीं गई मगर इन्हां ने खून दियां नदियां बहा दित्तियां। कंगना दे इस ट्वीट दा लोकां ने मतलब कढ़िया कि कंगना किसानां नूं अतवादी कह रही है। इस दा जवाब दिंदे हुए एक्ट्रेस ने फिर ट्वीट किया जिस दे जरिए उन्होंने कुछ आगुआं ते निशाना साधिया। जिवें श्री कृष्ण दी नारायणी सेना सी उवें ही पप्पू दी भी अपनी एक चंपू सेना है जो कि सिर्फ अफवाहां दे दम ते लड़ना जानती है। यह है मेरा ओरिजिनल ट्वीट। जेकर कोई ये सिद्ध कर दे कि मैं किसानों नूं अतवादी कहा है, मैं माफी मांग के हमेशा दे लई ट्विटर छड्ड देवांगी। कंगना ने अपनी गल नूं होर साफ करते हुए कहा, जो सीए बारे गलत जानकारियां अते अफवाहां फैला रहे ने ओही लोग हुण किसानां दे बिल नूं लैके गलत जानकारी दे रहे ने अते देश च अतवाद दी स्थिति बना रहे ने। तुहानू सारिਆਂ ਨੂੰ चंगी तरह पता है कि मैं की कहा सी, पर इन्हां ने तां गलत जानकारी ही फैलानी है। दस दिए कि कंगना इन्हीं दिनी ट्विटर ते काफी मुखर है अते तकरीबन हर मुद्दे ते अपनी राय रख रही है। सुशांत सिंह राजपूत दी मौत लैके बॉलीवुड च ड्रग्स अते नेपोटिज्म ते कंगना ने पूरी बेबाकी नाल अपनी गल रखी है। पिछले दिने महाराष्ट्र सरकार नाल भिड़न दे लई भी कंगना खबरां च रही अते हुण खेती बिल अते किसानां दे कीती गई बयानबाजी नूं लैके बवाल मचिया होया है। देखना यह होवेगा कि कंगना दी इस सफाई दा किसानां ते कितना असर हुंदा है। ब्यूरो रिपोर्ट न्यूज़ 18। ਤੇ ਉਧਰ ਪੰਜਾਬ ਦੇ ਵਿੱਚ ਕੰਗਨਾ ਦੇ ਨਾਲ ਗੁਰਦਾਸਪੁਰ ਤੋਂ ਬੀਜੇਪੀ सांसद सनी ਦਿਓਲ ਦਾ विरोध भी लगातार जारी है। एक बार फिर तो सनी ਦਿਓਲ ਦੇ विरोध ਵਿੱਚ प्रदर्शन किया गया। कांग्रेसी वर्करां ਦੇ ਵੱਲੋਂ किसानां ਦੇ ਵੱਲੋਂ सनी ਦਿਓਲ ਦੇ पुतले फूके जा रहे हैं तो उसके पोस्टरां ते कालख भी पोथी जा रही है। कदे गुमशुदगी के पोस्टर ਅਤੇ ਕਦੇ पोस्टरां ਦੇ ਉੱਤੇ ਆਂਡੇ ਤੇ ਕਾਲਖ ਮਲੀ ਜਾ ਰਹੀ ਹੈ। पूरे पंजाब के वांग गुरदासपुर ਦੇ ਵਿੱਚ ਵੀ खेती बिलों के विरोध ਦੇ ਵਿੱਚ किसान ਤੇ यूथ कांग्रेस का गुस्सा 7वें आसमान ਤੇ है ਅਤੇ इस गुस्से ਅਤੇ रोस का सामना करना पै रहा है हल्के तो संसद मैंबर सनी ਦਿਓਲ ਨੂੰ, जिन्हां ਦੇ पोस्टरां ਦੇ ਉੱਤੇ यूथ कांग्रेस ਦੇ ਵੱਲੋਂ ਆਂਡੇ ਤੇ ਕਾਲਖ ਮਲ ਦਿੱਤੀ ਗਈ। यूथ कांग्रेस आगू ने जिथे नवे खेती बिलों ਨੂੰ ਲੈ ਕੇ केंद्र सरकार के खिलाफ नारेबाजी की, उत्थे ही उन्हां बुੱਟਰ चौक ਦੇ ਵਿੱਚ सनी ਦਿਓਲ ਦੇ पोस्टरां उत्ते कालख मल ਦਿੱਤੀ। ਇਹਨਾਂ ਨੇ ਆਪਣਾ ਪੱਖ ਰੱਖਿਆ ਤੇ ਕਿਹਾ ਕਿ ਨਹੀਂ ਜੀ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਹੈ। ਇਹਦੇ ਨਾਲ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਮੋਦੀ ਜੀ ਨੇ ਕਿਹਾ
ਕਿ ਇਹਦਾ ਬਿੱਲ ਦਾ ਸਮਰਥਨ ਕਰੋ। ਇਸ ਕਰਕੇ ਆਪਾਂ ਅੱਜ ਇਹਨਾਂ ਨੂੰ ਇੱਥੇ ਜਿਹੜਾ ਇਹਨਾਂ ਨੂੰ 2.5 ਕਿਲੋ ਹੱਥ ਤੇ ਨਹੀਂ ਪਰ 2.5 ਕਿਲੋ ਅੰਡੇ ਟਮਾਟਰ ਜ਼ਰੂਰ ਇਹਨਾਂ ਨੂੰ ਚੜਾਏ ਨੇ। ਯੂਥ ਕਾਂਗਰਸ ਦੇ ਆਗੂਆਂ ਦੇ ਮੁਤਾਬਕ ਸੰਨੀ ਦਿਓਲ ਇੱਕ ਪਾਸੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਅਖਵਾਉਂਦੇ ਨੇ, ਪਰ ਉਸ ਨੂੰ ਪੰਜਾਬ ਦੇ ਕਿਸਾਨਾਂ ਦਾ ਦਰਦ ਮਹਿਸੂਸ ਨਹੀਂ ਹੋ ਰਿਹਾ। ਕਾਂਗਰਸ ਨੇ ਇਹ ਮੰਗ ਕੀਤੀ ਕਿ ਜੇਕਰ ਸੰਨੀ ਦਿਓਲ ਸੱਚੇ ਕਿਸਾਨ ਹਨ ਤਾਂ ਤੁਰੰਤ ਬੀਜੇਪੀ ਤੋਂ ਅਸਤੀਫਾ ਦੇ ਕੇ ਕਿਸਾਨਾਂ ਦਾ ਸਾਥ ਦੇਣ। ਗੁਰਦਾਸਪੁਰ ਤੋਂ ਚੁਣ ਕੇ ਗਏ, ਉਹ ਸ਼ਹਿਰ ਚੋਂ ਵੀ ਵੋਟਾਂ ਪਾਈਆਂ ਇਹਨਾਂ ਨੂੰ, ਇੱਕ ਵਾਰੀ ਇੱਥੇ ਵੜੇ ਨਹੀਂ। ਇੱਥੇ ਆ ਕੇ ਸਿਰਫ ਇੱਕ ਦਿਨ ਗੱਡੀ 'ਚ ਘੁੰਮੇ ਤੇ ਆਪਣਾ 2.5 ਕਿਲੋ ਦਾ ਹੱਥ ਇੱਥੇ ਵਿਖਾਇਆ। ਜੇ ਕਿਸਾਨਾਂ ਦੇ ਮੁੱਦੇ ਨਹੀਂ ਚੁੱਕਣਗੇ ਤੇ ਫਿਰ ਇਹਨਾਂ ਨੂੰ ਵੋਟਾਂ ਪਾਉਣ ਦਾ ਫਾਇਦਾ ਕੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਹਲਕੇ ਵਿੱਚ ਵਿਕਾਸ ਕਾਰਜਾਂ ਅਤੇ ਸ਼ਰਾਬ ਕਾਂਡ ਨੂੰ ਲੈ ਕੇ ਸੰਨੀ ਦਿਓਲ ਦਾ ਵਿਰੋਧ ਹੋ ਚੁੱਕਿਆ ਹੈ। ਕਈ ਵਾਰ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲਾਏ ਗਏ ਨੇ। ਵਿਰੋਧੀ ਇਲਜ਼ਾਮ ਲਾਉਂਦੇ ਨੇ ਕਿ ਸੰਨੀ ਦਿਓਲ ਨੇ ਕੰਮ ਕਰਕੇ ਵਿਖਾਉਣ ਦਾ ਵਾਅਦਾ ਕੀਤਾ ਸੀ, ਵੋਟਾਂ ਲੈ ਲਈਆਂ, ਪਰ ਮੁੜ ਕੇ ਉਹ ਮੁੰਬਈ ਤੋਂ ਗੁਰਦਾਸਪੁਰ ਨਹੀਂ ਪਰਤੇ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18। ਤੇ ਗੱਲ ਕਰਦੇ ਹਾਂ ਰੋਹਤਕ ਪੀਜੀਆਈ ਦੀ, ਜਿੱਥੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਇੱਥੇ ਮਹਿਲਾ ਦੇ ਕੱਪੜੇ ਪਾ ਕੇ ਇੱਕ ਵਿਅਕਤੀ ਪਹੁੰਚ ਗਿਆ, ਜਿਸ ਤੋਂ ਬਾਅਦ ਸਿਕਿਉਰਿਟੀ ਗਾਰਡ ਨੂੰ ਜਦੋਂ ਇਸ ਤੇ ਸ਼ੱਕ ਹੋਇਆ ਤਾਂ ਇਸ ਨੂੰ ਫੜ ਲਿਆ ਗਿਆ, ਬੈੱਡ ਦੇ ਨਾਲ ਬੰਨ੍ਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੀਜੀਆਈ ਦੇ ਵਿੱਚ ਦਾਖਲ ਸੀ ਪ੍ਰੇਮਿਕਾ ਦਾ ਪਤੀ, ਤਾਂ ਪ੍ਰੇਮੀ ਮਹਿਲਾ ਦੇ ਕੱਪੜੇ ਪਾ ਕੇ ਰੋਹਤਕ ਪੀਜੀਆਈ ਦੇ ਵਿੱਚ ਪਹੁੰਚਿਆ। ਇਸ ਦੀਆਂ ਸ਼ੱਕੀ ਹਰਕਤਾਂ ਨੂੰ ਦੇਖ ਕੇ ਸਿਕਿਉਰਿਟੀ ਗਾਰਡ ਨੇ ਇਸ ਨੂੰ ਫੜ ਲਿਆ। ਮੁਲਜ਼ਮ ਨੂੰ ਫੜ ਕੇ ਬੈੱਡ ਦੇ ਨਾਲ ਬੰਨ੍ਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਤਾਂ ਤਸਵੀਰਾਂ ਰੋਹਤਕ ਪੀਜੀਆਈ ਦੀਆਂ ਨੇ, ਜਿੱਥੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ। ਤਾਂ ਮਹਿਲਾ ਦੇ ਕੱਪੜੇ ਪਾ ਕੇ ਜਿਸ ਵਿਅਕਤੀ ਨੂੰ ਫੜਿਆ ਗਿਆ ਹੈ, ਇੱਕ ਸ਼ਖਸ ਹੈ ਜੋ ਮਹਿਲਾ ਦੇ ਕੱਪੜੇ ਪਾ ਕੇ ਹਸਪਤਾਲ ਦੇ ਵਿੱਚ ਦਾਖਲ ਹੋਇਆ ਸੀ। अरे ये ऊपर से भाग्या, अरे ये ऊपर से भाग्या है, हमने पकड़िया। हाँ भाग रहा था तू, भाग रहा था ये भाई, ये गंदे हरकत करने आओ यार। हेलो मना लाओगा, मना लाओ, मारो मना मार दियो ना सोच कर कभी पक्का 100% बात है कुछ भी। पैसे कितने काट देते भाई? पैसे चोर कौन है जी? चोर ना हूँ मैं चोर कौन है जब ना इसने दिया ना मिलेगा। चोर कौन है मैं ठीक से चोर कौन है? हाँ मैं बुलाया था तो हाँ मैं रुपये देश घूम ले ना सकता। प्यार करता है ना इससे। हाँ बता दी चाहता ये तेरे चाहती है साहब है अभी। अच्छा अरे ये ऊपर से भाग्या है, हमने पकड़िया। हाँ भाग रहा था ये भाई, ये गंदे हरकत करने आओ यार। हेलो मना लाओगा, मना लाओ, मारो मना मार दियो ना सोच कर कभी पक्का 100% बात है कुछ भी। पैसे कितने काट देते भाई? पैसे चोर कौन है जी? चोर ना मैं चोर कौन है? धीरेन्द्र चौधरी मेरे सहयोगी ज्यादा जानकारी के लिए जुड़े ने। तो धीरेन्द्र, फिलहाल क्या पूरा मामला है, एक बार जानना चाहेंगे, और फिलहाल क्या कुछ कार्रवाई हुई है? देखिए ये रात की बात है, एक पेशेंट थे ऑर्थो के, उनका एक्सीडेंट हुआ था, वो वार्ड के अंदर एडमिट थे, लेकिन एक शख्स अचानक से मेडिकल के अंदर महिलाओं के कपड़े डालकर पहुंचता है और जो वार्ड बॉय था उसने उसको पहचान लिया कि महिलाओं के कपड़े में कोई व्यक्ति घूम रहा था। जब उसने पकड़ा तो संदिग्ध मिला और उसके बाद उससे पूछताछ की तो पता चला कि वार्ड के अंदर जो शख्स ऑर्थो के एक्सीडेंट इलाज के लिए आया था, उसकी पत्नी के साथ इसके अवैध संबंध है। तो उनसे मिलने के लिए आया था और इसने स्वीकार भी किया कि मैं उससे मिलने के लिए आया हूँ। काफी देर हंगामा भी हुआ, सिक्योरिटी गार्ड्स ने उसको पुलिस के हवाले कर दिया। फिलहाल पुलिस पूछताछ कर रही है क्योंकि महिला भी उस वक्त वार्ड के अंदर ही मौजूद थी। जी धीरेन्द्र, शुक्रिया फिलहाल इस तमाम जानकारी के लिए। तो महिला ਦੇ ਕੱਪੜੇ ਪਾ ਕੇ ਵਾਰਡ ਦੇ ਵਿੱਚ ਦਾਖਲ ਹੋਇਆ ਪ੍ਰੇਮੀ, ਜਿਸ ਨੂੰ ਸਿਕਿਉਰਿਟੀ ਗਾਰਡ ਦੇ ਵੱਲੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਪਰ ਉਸ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ ਹੈ। ਤੇ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੀ, ਜਿੱਥੇ ਇੱਕ ਬੀਜੇਪੀ ਲੀਡਰ ਦਾ ਕਤਲ ਕਰ ਦਿੱਤਾ ਗਿਆ ਹੈ। ਬਡਗਾਮ ਜ਼ਿਲ੍ਹੇ ਦੇ ਵਿੱਚ ਇਸ ਬੀਜੇਪੀ ਲੀਡਰ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਭੁਪਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
दहशतगर्द जथेबंदी TRF ने इस हमले की जिम्मेवारी ਲਈ है। राजपाल ने भुपिंदर की मौत ते दुख जताया है। तो जम्मू कश्मीर दे विच एक होर बीजेपी लीडर की हत्या का मामला सामने आया है। कश्मीर के बड़गाम जिले दे विच एक सिख बीजेपी नेता भुपिंदर सिंह दी गोलियां मार के हत्या कर दी गई है। भुपिंदर सिंह बीजेपी के सरपंच भी ने अते BDC के प्रधान भी ने। इस कतल की जिम्मेवारी अतवादी संगठन TRF ने ਲਈ है। तो हुण इस पूरे घटनाक्रम से राजपाल दे वल्लों दुख जताया गया है। ते आस-पास के लोगों ते सिख जथेबंदियां दे विच इस कतल की वारदात तो बाद गुस्सा भी पाया जा रहा है। जम्मू कश्मीर के गुड़गाम जिले दे विच बीजेपी लीडर भुपिंदर सिंह दा गोलियां मार के कतल कर दिता गया है। यही वो जगह है जहां पे BDC चेयरमैन भूपिंदर सिंह को कल नामालूम बंदूक बरदारों ने यहां पे गोलियां मारकर हलाक कर दिया है। और भूपिंदर सिंह जो कल अवामी राब्ता मुहिम आरी पाथन में मुनक़दा अवामी राब्ता मुहिम में उन्होंने शमूलियत इख्तियार की, उसके बाद उनके पास जो 2 मुहाफिजीन थे, जो PSOs थे, उन्होंने खाग में उनको वहाँ पे छोड़ दिया था। और उसके बाद वो जब यहाँ घर पहुँचे थे और घर में ही जब जूँ ही वो अपने आंगन में पहुँचे और वहाँ पे नामालूम बंदूक बरदारों ने उन पर गोलियाँ चलाई और यही वो जगह है। और उसी वक्त वो दम तोड़ बैठा है और उसके बाद उन्हें अस्पताल भी लाया गया, मगर उससे पहले ही वो दम तोड़ बैठा था। और इस वक्त हम यहाँ पे मौजूद है। यहाँ पे पूरे इस इलाके को सिक्योरिटी फोर्सेस ने पूरे घेरे में रखा है। मीडिया एहलकारों को भी वहाँ मकान के अंदर जाने की इजाज़त नहीं दी जा रही है और यहाँ पे तलाशी कार्रवाई जारी है। इस पूरे इलाके को यहाँ पे सिक्योरिटी फोर्सेस ने मुहासरे में रखा है और यहाँ पे तलाशी कार्रवाई भी जारी है। और इस बात का पता लगाया जा रहा है कि किस तरह ये हादसा पेश हुआ है। मुनीर हुसैन, न्यूज़ 18 उर्दू, दालवाड़। कश्मीर घाटी के बड़गाम क्षेत्र के रहने वाले सरपंच और ब्लॉक समिति के अध्यक्ष भूपेंद्र सिंह जी की बेरहमी से कत्ल करके पाकिस्तान ने कश्मीर घाटी के अंदर कश्मीरियत का कत्ल किया है, इंसानियत का कत्ल किया है, कश्मीर को लहूलुहान किया है। पाकिस्तान के इन दरिंदे कायर आतंकवादियों ने पाकिस्तान कश्मीर को बर्बाद करना चाहता है, कश्मीर की शांति में खलल डालना चाहता है। पाकिस्तान कश्मीरियों के खून का प्यासा है। पाकिस्तान कश्मीर के अंदर बर्बादी चाहता है, लेकिन पाकिस्तान के इन दरिंदे कायर बुज़दिल आतंकवादियों को चुन चुन कर मौत के घाट उतारा जाएगा। कश्मीर घाटी को इन पाकिस्तानी मानसिकता और आतंकवाद की मानसिकता से मुक्त करेंगे, सफाया करेंगे कश्मीर घाटी से इन सभी आतंकवादियों का। आतंकवाद मुक्त कश्मीर घाटी का निर्माण करेंगे। ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਕੱਲ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਕੀਤੀ ਗਈ। ਕਰੋਨਾ ਤੇ ਮੰਥਨ ਕੀਤਾ ਗਿਆ। ਇਹਨਾਂ ਸੂਬਿਆਂ ਦੇ ਵਿੱਚ ਪੰਜਾਬ ਵੀ ਸ਼ਾਮਲ ਸੀ ਕਿਉਂਕਿ ਪੰਜਾਬ ਦੇ ਵਿੱਚ ਵੀ ਲਗਾਤਾਰ ਕਰੋਨਾ ਦੇ ਮਾਮਲੇ ਵੱਧ ਕੇ ਸਾਹਮਣੇ ਆ ਰਹੇ ਨੇ। ਤੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕਰੋਨਾ ਨੂੰ ਲੈ ਕੇ ਪ੍ਰਭਾਵਸ਼ਾਲੀ ਸੁਨੇਹੇ ਦੀ ਲੋੜ ਹੈ। कोरोना ਨੂੰ ਲੈ ਕੇ ਲੋਕਾਂ ਦੇ ਵਿੱਚ ਗਲਤਫਹਿਮੀ ਫੈਲ ਰਹੀ ਹੈ ਕਿਉਂਕਿ ਕੋਈ ਲੱਛਣ ਨਾ ਹੋਣ ਦੇ ਬਾਵਜੂਦ ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆ ਰਹੀ ਹੈ, ਜਿਸ ਨੂੰ ਲੈ ਕੇ ਲੋਕ ਡਰੇ ਹੋਏ ਨੇ। ਉਹਨਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਟੈਸਟ ਗਲਤ ਹੋ ਰਹੇ ਨੇ। ਅਜਿਹੇ ਕੇਸਾਂ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਰਿਹਾ ਹੈ, ਜਿਸ ਲਈ ਕੋਰੋਨਾ ਨੂੰ ਲੈ ਕੇ ਇੱਕ ਪ੍ਰਭਾਵਸ਼ਾਲੀ ਸੁਨੇਹੇ ਦੀ ਲੋੜ ਹੈ। क्योंकि ज्यादातर संक्रमण बिना लक्षण का है, ऐसे में अफवाहें उड़ने लगती हैं। सामान्य जन के मन में ये संदेह उठने लगता है कि कहीं टेस्टिंग तो खराब नहीं है। यही नहीं, कई बार कुछ लोग संक्रमण की गंभीरता को कम आंकने की गलती भी करते लगते हैं। जैसे हमारे कैप्टन साहब ने कहा, तमाम अध्ययन बताते हैं कि संक्रमण को रोकने में मास्क की भूमिका बहुत अधिक है। मास्क की आदत डालना बहुत मुश्किल जरूर है, लेकिन इसको रोजमर्रा के जीवन की एक अनिवार्यता, उसको बनाए बिना हम सार्थक परिणाम नहीं मिल पाएंगे। स्टेट डिजास्टर रिस्पांस फंड SDRF, उसके इस्तेमाल पर भी एक अहम फैसला लिया गया है। कई राज्यों ने इस बारे में आग्रह किया था। अब यह तय किया गया है कि SDRF के इस्तेमाल की लिमिट को 35% से बढ़ा करके 50% कर दिया जाए।
इस फैसले से राज्यों को कोरोना से मुकाबले के लिए और ज्यादा राशि उपलब्ध हो सकेगी। इधर प्रधानमंत्री ਦੇ ਵੱਲੋਂ ਕਿਹਾ ਹੈ ਕਿ ਇੱਕ ਸਕਾਰਾਤਮਕ ਸੁਨੇਹਾ ਦੇਣ ਦੀ ਲੋੜ ਹੈ ਤਾਂ ਦੂਜੇ ਪਾਸੇ ਮੁੱਖ ਮੰਤਰੀ ਦੇ ਵੱਲੋਂ ਵੀ ਪੰਜਾਬ ਦੀ ਸਥਿਤੀ ਪ੍ਰਧਾਨਮੰਤਰੀ ਦੇ ਨਾਲ ਸਾਂਝੀ ਕੀਤੀ ਗਈ। ਕੈਪਟਨ ਨੇ ਕਿਹਾ ਕਿ ਲੋਕ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਲਾਪਰਵਾਹੀ ਵਰਤ ਰਹੇ ਨੇ ਤੇ ਇਹੀ ਕਾਰਨ ਹੈ ਕਿ ਜ਼ਿਆਦਾ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਨੇ। ਲੋਕ ਕੋਰੋਨਾ ਨੂੰ ਲੈ ਕੇ ਗੰਭੀਰਤਾ ਨਜ਼ਰ ਨਹੀਂ ਆ ਰਹੇ ਗੰਭੀਰ। ਕੈਪਟਨ ਨੇ ਕਿਹਾ ਮੇਰੇ 30 ਵਿਧਾਇਕ 3 ਮੰਤਰੀ ਕੋਰੋਨਾ ਦੀ ਚਪੇਟ ਵਿੱਚ ਆਏ। ਮੇਰੇ 1250 ਪੁਲਿਸ ਵਾਲੇ 1400 ਸਿਹਤ ਮੁਲਾਜ਼ਮਾਂ ਨੂੰ ਕੋਰੋਨਾ ਹੋਇਆ। ਪਿੰਡਾਂ ਦੀ ਬਜਾਏ ਸ਼ਹਿਰਾਂ ਦੇ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਨੇ। ਇੱਕ ਹਫ਼ਤੇ ਦੇ ਵਿੱਚ 16800 ਕੇਸ ਸਾਹਮਣੇ ਆਏ ਨੇ ਤੇ ਕੈਪਟਨ ਨੇ ਇਹ ਵੀ ਦੱਸਿਆ ਕਿ ਇੱਕ ਹਫ਼ਤੇ 'ਚ 415 ਮੌਤਾਂ ਹੋਈਆਂ ਨੇ। ਉਹਨਾਂ ਕਿਹਾ ਕਿ ਅਜੇ ਅਸੀਂ ਪੀਕ ਤੇ ਨਹੀਂ ਪਹੁੰਚੇ ਹਾਂ, ਜਦਕਿ ਮਾਹਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਤੰਬਰ ਦੇ ਵਿੱਚ ਪੀਕ ਹੋਵੇਗਾ। अपने पार्टी के 80 एमएलए में से 30 एमएलए को कोरोना हो गया। 3 एमएलए मिनिस्टर्स मेरे 16 में से डाउन है। 1250 मेरे पुलिस ऑफिसर्स डाउन है और 1400 हेल्थ स्टाफ मेरा डाउन है, जिसमें से 8 ये पूरे अनफॉर्चुनेटली चले गए हैं। रिकवरी 77 ये तो फिगर्स होती हैं, बट एक्चुअली प्रैक्टिकल बात ये है कि सब लगे हुए इस पार काम पे, लेकिन दिस इज अनफॉर्चुनेट जो हो रहा है। पिछले हफ्ते के एक हफ्ते में 16,800 मेरे केसेस हुए हैं पिछले एक हफ्ते में, जिसमें से 415 मेरी डेथ्स हुई हैं। सो दिस इज, अगर मैं कहूँ आपको कि मैं पीक पे पहुँच गया, मैं पीक पे नहीं पहुँचा। आई डोंट नो कब पीक पहुँचेगी। इतना मैं कह सकता हूँ कि जो हमारी मेडिकल टीम है उन्होंने कहा था कि एंड ऑफ सितंबर तक हमारी पीक आएगी, एंड आफ्टर दैट वो प्लेटो होके शायद डाउन आए। पर जो दुनिया में दिख रहे हैं सर, एक सेकंड कोविड भी हो रहा है कहीं इनका पीक। सो पता नहीं हमारे फर्स्ट से ख़त्म होगा या सेकंड से चलेगा या कांट से। आपने नक्शा दिखाया है, ये सब मेरे शहरों का नक्शा है। अमृतसर, जलंधर, लुधियाना, पटियाला एंड इसमें हमारे पुराने मोहल्ले हैं और साथ के साथ सब जुड़े होते हैं, बड़े कंजेस्टेड है। वहाँ ज़्यादा ये फैल रही है। हमारे रूरल एरियाज़ में इतना ज़्यादा नहीं है, थोड़े से, बट नथिंग वेरी मच। और उसमें हम माइक्रो कंटेनमेंट जोन हमने रखी हैं, जैसे किसी घर में होता है उसके साथ वाले सब कंटेन करके हम रखते हैं। ये जो फीलिंग आ गई कि ये तो ऐसी कुछ जुकाम सा है और सब ठीक हो जाएंगे, आज मेरे पंजाब में सर ओवर 25% ऑफ पीपल मास्क नहीं पहनते। आप पूरे 6 महीने हो गए, डेली मेरे चलान हो रहे हैं बिटवीन 2000 एंड 5000 ऑन के मास्क नहीं पहने। और सर सबसे बुरी बात ये हुई कि सोशल मीडिया पे इतना आ गया कि ये जो सेंटर और पंजाब सरकार कर रही है तो सब बिल्कुल फजूल बातें हैं। ये तो लोगों को रखते हैं अंदर और उनके किडनी निकाल लेते हैं, उनके लिवर निकाल लेते हैं ट्रांसप्लांटिंग के लिए। पता नहीं कैसे ये कहाँ से आती है कहाँ से नहीं। हमने तो पुलिस को डाल दिया उसमें और सबको पकड़ लिया हमने, उनको जिन्होंने ये किया था। हमारे साइबर क्राइम वालों बड़े तगड़े थे उसमें, उन्होंने सब कर लिया। जो आप हेल्प तो बहुत कर रही है गवर्नमेंट ऑफ इंडिया, थोड़ी सी हमारी रिक्वेस्ट और है कि वी नीड सम फाइनेंशियल असिस्टेंस। हमने आपको लिखा है एंड वी वांट सर, ताकि हम कुछ कर सकते हैं। दिस इज़ वन ऑफ दम। सर इंस्टॉलेशन ऑफ वेंटिलेटर्स जो हैं, अगर BEL से आप कर सकते हैं, इनको आके करवा सकते हैं फिट, बिकॉज वी नीड दैट टू बी फिटेड। एंड देन ऑफ कोर्स उनकी ट्रेनिंग उसके बाद हमारे स्टाफ की करनी पड़ेगी वहाँ। दूसरा सर PGI चंडीगढ़, उसमें हम चाह रहे हैं कि अगर हमारे ICU बेड्स कुछ बढ़ जाएं। एम्स बठिंडा उसमें अभी उन्होंने सिर्फ 20 बेड्स रखे हैं हमारे लिए, अगर उसको बढ़ा सकते हैं तो दैट विल बी वेरी, आई नो इट्स एन इमरजेंसी सिचुएशन, उस तरीके से इफ़ यू कैन डू दिस। पैडी स्ट्रॉ की बर्निंग अभी हम शुरू हमारी थोड़ी दिनों में हो जानी है। और इन्होंने, हम जितने मर्जी चलान कर दें, चलान तो पिछले साल भी हुए थे, लोग देने को तैयार हैं। अब ये जो मैं आपको बता रहा हूँ, ये जो मास्क पहनने का 2000 और 5000 के दरमियान 500 रुपये का चलान है, कोई बॉदर नहीं करता, वो दे देता है 500 रुपये। और यही हाल है, ये है हमारे किसानों का। और ये भी ऐसी बात, अब अपने खेतों को आग लगाएंगे एंड देन वी विल हैव अ प्रॉब्लम ऑफ दिस। सो मैंने एक रिक्वेस्ट करनी थी कि हमने एक सोचा है कि अगर हम इनको
100 रुपये पर क्विंटल दे दें सर, कि आग मत लगाओ। वेस्टर्ली विंड जो चलती है ना, तो सारा हमारा धुआं फिर दिल्ली में आएगा, हरियाणा में आएगा, एंड दिस विल इफेक्ट जो हमारे अपने लंग्स वगैरह हैं जो इसके साथ कोविड के साथ। तो अगर आप इसको कंसिडर कर सकते हैं, आई बी ग्रेटफुल। ਅਜਨਾਲਾ ਦੀ ਗੱਲ ਕਰਦੇ ਹਾਂ, ਜਿੱਥੇ ਇੱਕ ਹਾਈ ਪ੍ਰੋਫਾਈਲ ਮਾਮਲਾ ਸੁਰਖੀਆਂ ਦੇ ਵਿੱਚ ਹੈ। ਇੱਥੇ ਐਸਡੀਐਮ ਦੀ ਪਤਨੀ ਦੇ ਵੱਲੋਂ ਐਸਡੀਐਮ ਤੇ ਦਾਜ ਮੰਗਣ ਅਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਨੇ। ਨਾਲ ਹੀ ਇਹ ਪਤਨੀ ਆਪਣੇ ਬੱਚਿਆਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ। ਇਸ ਨੂੰ ਲੈ ਕੇ ਦਫ਼ਤਰ ਦੇ ਬਾਹਰ ਹੀ ਧਰਨੇ ਤੇ ਬੈਠ ਗਈ ਹੈ। ਅਜਨਾਲਾ ਐਸਡੀਐਮ ਦਫ਼ਤਰ ਦੇ ਬਾਹਰ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਧਰਨਾ ਲਾ ਕੇ ਬੈਠੀ ਹੈ ਕੋਈ ਆਮ ਮਹਿਲਾ ਨਹੀਂ ਹੈ, ਸਗੋਂ ਐਸਡੀਐਮ ਦੀ ਹੀ ਪਤਨੀ ਹੈ। ਐਸਡੀਐਮ ਦੀਪਕ ਭਾਟੀਆ ਦੀ ਪਤਨੀ ਉਰਵਸ਼ੀ ਨੇ ਸਰਕਾਰੀ ਅਹੁਦੇ ਤੇ ਤਾਇਨਾਤ ਆਪਣੇ ਪਤੀ ਤੇ ਗੰਭੀਰ ਇਲਜ਼ਾਮ ਲਾਏ ਨੇ ਅਤੇ ਇਨਸਾਫ ਦੀ ਮੰਗ ਕਰਦੇ ਹੋਏ ਪਤੀ ਦੇ ਦਫ਼ਤਰ ਦੇ ਬਾਹਰ ਹੀ ਧਰਨਾ ਲਾ ਦਿੱਤਾ। ਮੈਨੂੰ ਜਸਟਿਸ ਦਿਵਾਇਆ ਜਾਵੇ। ਉਰਵਸ਼ੀ ਦਾ ਇਲਜ਼ਾਮ ਹੈ ਕਿ ਉਸ ਨੂੰ ਦਾਜ ਦੇ ਲਈ ਤੰਗ ਕੀਤਾ ਜਾਂਦਾ ਸੀ। ਉਸ ਦਾ ਐਸਡੀਐਮ ਪਤੀ ਉਸ ਦੇ ਨਾਲ ਕੁੱਟਮਾਰ ਕਰਦਾ ਸੀ। हमेशा इन बिटवीन मेरे को डॉरी की बहुत डिमांड की, जबकि मेरे पेरेंट्स ने बेहद डॉरी दी है। पर मेरी सस सुदेश कुमारी फिर भी मैनू अंदर ही अंदर बहुत तंग परेशान करती होंदी सी, मैंटली डिस्टर्ब बहुत करती होंदी सी कि तेरे डॉरी बहुत घट आई है। और ऐ मैं कुछ तस्वीरें साझियाँ करनियाँ चाहूँगी तुहाडे नाल जो मेरे पेरेंट्स ने डॉरी दी हुई है। ए देखो गड्डी दी, होम अप्लाइंसेस, गहने बहुत दिते जे। ਉਰਵਸ਼ੀ ਦੇ ਮੁਤਾਬਕ ਉਸ ਦੇ 2 ਬੇਟੇ ਵੀ ਨੇ ਜਿਨ੍ਹਾਂ ਦੇ ਨਾਲ ਉਸ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਦੋਵੇਂ ਬੇਟੇ ਪਤੀ ਦੇ ਕੋਲ ਨੇ। ਉਰਵਸ਼ੀ ਦਾ ਇਲਜ਼ਾਮ ਹੈ ਕਿ ਪਤੀ ਇੱਕ ਬੇਟੇ ਨੂੰ ਆਪਣੀ ਭੈਣ ਨੂੰ ਦੇਣਾ ਚਾਹੁੰਦਾ ਸੀ, ਜਿਸ ਦਾ ਉਸਨੇ ਵਿਰੋਧ ਕੀਤਾ ਅਤੇ ਇਸ ਦੀ ਵਜ੍ਹਾ ਕਰਕੇ ਹੀ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਉਰਵਸ਼ੀ ਨੇ ਇਲਜ਼ਾਮ ਲਾਇਆ ਕਿ ਆਪਣੀ ਸ਼ਿਕਾਇਤ ਲੈ ਕੇ ਉਹ ਕਈ ਵੱਡੇ ਅਧਿਕਾਰੀਆਂ ਤੱਕ ਪਹੁੰਚੀ, ਪਰ ਰਸੂਖਦਾਰ ਪਤੀ ਦੇ ਖਿਲਾਫ ਉਸ ਦੀ ਸ਼ਿਕਾਇਤ ਸੁਣੀ ਤੱਕ ਨਹੀਂ ਗਈ। ਅਸੀਂ ਹਰ ਕਿਤੇ प्राइम मिनिस्टर तक चिट्ठियां पाइया है, बट दीपक भाटिया एक हायर अथॉरिटी ते बैठा हुआ SDM है और ना बहुत सारे होर हायर ऑफिसर्स इनवॉल्वड आ, जिस करके साडी शिकायतां नूं नपाया जांदा है। साडी कोई सुनवाई नहीं हो रही। सानू